ਮੁੱਖ ਮੰਤਰੀ ਪੰਜਾਬ ਹੋਣਾ ਨੇ ਬਹੁਤ ਅਹਿਮ ਗੱਲਾਂ ਕੀਤੀਆਂ ਨੇ। ਤੁਹਾਨੂੰ ਕੀ ਚੇਂਜਸ ਲੱਗਿਆ ਪਿਛਲੀਆਂ ਸਰਕਾਰਾਂ ਦੇ ਸਟੇਟਮੈਂਟਾਂ ਦੇ ਵਿੱਚ ਤੇ ਮੁੱਖ ਮੰਤਰੀ ਭਗਵੰਤ ਮਾਨ ਹੋਣਾ ਦੀ ਸਟੇਟਮੈਂਟ ਦੇ ਵਿੱਚ? ਉਹਨਾਂ ਨੇ ਸਾਫ਼ ਤੇ ਸਪਸ਼ਟ ਸ਼ਬਦਾਂ 'ਚ ਕਿਹਾ ਕਿ ਬਦਲਾਅ ਕਹਿ ਲਓ ਜਾਂ ਚੇਂਜਸ ਕਹਿ ਲਓ, ਦ ਵੇ ਦ ਗਵਰਨਮੈਂਟ ਵਿਲ ਰਨ, ਉਹ ਸਾਰਾ ਕੁਝ ਚੇਂਜ ਆ। ਹੁਣ ਤੁਹਾਨੂੰ ਇੱਕ ਸਾਫ਼ ਸੁਥਰਾ ਇਮਾਨਦਾਰ ਮਾਹੌਲ ਮਿਲੇਗਾ। ਜਿਵੇਂ ਮਾਨ ਸਾਹਿਬ ਨੇ ਇਹ ਗੱਲ ਬਹੁਤ ਵਧੀਆ ਮੈਨੂੰ ਚੰਗੀ ਲੱਗੀ ਕਿ ਪੰਜਾਬ ਸਰਕਾਰ ਟ੍ਰੇਨਾਂ ਚਲਾਏਗੀ। ਤੁਸੀਂ ਵੀ ਇਹ ਗੱਲ ਮੈਂਸ਼ਨ ਕੀਤੀ ਮੈਨੂੰ, ਕਿਉਂਕਿ ਸਾਡੇ ਕੋਲ ਕੋਈ ਸਮੁੰਦਰ ਨਹੀਂ ਹੈ। ਸਿੰਗਲ ਵਿੰਡੋ ਨਾਮ ਦੀ ਹੁੰਦੀ ਸੀ, ਹਰ ਅਫਸਰ ਆਪਣੀ ਵਿੰਡੋ ਖੋਲ ਕੇ ਬੈਠਾ ਹੁੰਦਾ ਸੀ। ਇਹ ਸਟੇਟਮੈਂਟ ਤੋਂ ਤੁਹਾਨੂੰ ਕੀ ਲੱਗਦਾ ਕਿ ਸਰਕਾਰ ਦੀ ਜਿਹੜੀ ਦਿਸ਼ਾ ਹੈਗੀ ਆ ਜਾਂ ਮਨਸ਼ਾ ਹੈਗੀ ਆ ਉਹ ਕਲੀਅਰ ਹੈਗੀ ਆ? ਮਾਨ ਸਾਹਿਬ ਨੇ ਕਿਹਾ ਜੀ ਅੱਗੇ ਤਾਂ ਜਿਹੜੇ ਆਫੀਸਰ ਸੀ ਉਹਨਾਂ ਨੇ ਕਦੀ ਆਪਣੀ ਤਨਖਾਹ ਵੇਖੀ ਨਹੀਂ ਸੀ। ਤੁਸੀਂ ਇਹ ਤੋਂ ਜੱਜਮੈਂਟ ਕਰ ਸਕਦੇ ਕਿ ਉਹਨਾਂ ਦੀ ਕੀ ਸਟੇਟਮੈਂਟ ਆ, ਤੇ ਪਹਿਲੀ ਵਾਰੀ ਆਪਣੀ ਤਨਖਾਹ ਨੂੰ ਵੇਖ ਰਿਹਾ ਕਿ ਕਿੰਨੀ ਉਹਨਾਂ ਨੂੰ ਸੈਲਰੀ ਮਿਲਦੀ ਆ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਜਗਬਾਣੀ ਟੀਵੀ। ਮੈਂ ਹਾਂ ਤੁਹਾਡੇ ਨਾਲ ਵਰੁਣ ਭੱਟ। ਕੱਲ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਹੋਣਾ ਵੱਲੋਂ ਦੇਸ਼ ਤੇ ਵਿਦੇਸ਼ ਦੇ ਵਿੱਚ ਵਸਦੇ ਪੰਜਾਬੀਆਂ ਤੇ ਉੱਘੇ ਵਪਾਰੀਆਂ ਦੇ ਨਾਲ ਮੁਲਾਕਾਤ ਕੀਤੀ, ਜਿਸ ਦੇ ਵਿੱਚ ਨੌਜਵਾਨ ਵਪਾਰੀ ਵੀ ਪਹੁੰਚੇ ਜੋ ਪੰਜਾਬ ਦੀ ਤਰੱਕੀ ਦੇ ਵਿੱਚ ਕੰਮ ਕਰ ਰਹੇ ਨੇ। ਪਰ ਸਾਡੇ ਨਾਲ ਅੱਜ ਇਸ ਵੇਲੇ ਮੌਜੂਦ ਨੇ ਯੂਕੇ ਦੇ ਉੱਘੇ ਵਪਾਰੀ ਤੇ ਪੰਜਾਬ ਦੇ ਬਹੁਤ ਵੱਡੇ ਨਾਮੀ ਮਨਜੀਤ ਸਿੰਘ ਨਿੱਜਰ ਜੀ, ਜਿਹੜੇ ਕੱਲ ਵਿਜ਼ਨ ਪੰਜਾਬ ਪ੍ਰੋਗਰਾਮ ਦੇ ਵਿੱਚ ਮੌਜੂਦ ਸਨ। ਮੁੱਖ ਮੰਤਰੀ ਭਗਵੰਤ ਮਾਨ ਹੋਣਾ ਦੇ ਨਾਲ ਇਹਨਾਂ ਦੀ ਪਰਸਨਲ ਇੰਟਰੈਕਸ਼ਨ ਵੀ ਹੋਈ ਹੈ ਤੇ ਪਿਛਲੀਆਂ ਸਰਕਾਰਾਂ ਦੇ ਵਿੱਚ ਵੀ ਕਈ ਪ੍ਰੋਜੈਕਟ ਜਿਹੜੇ ਹੈਗੇ ਨੇ ਇਹ ਪੰਜਾਬ ਦੇ ਲਈ ਲੈ ਕੇ ਆਏ ਸਨ। ਕਈ ਯੂਨੀਵਰਸਿਟੀਜ਼ ਦੇ ਨਾਲ ਇਹਨਾਂ ਨੇ MOU ਸਾਈਨ ਵੀ ਕਰਵਾਏ ਤੇ ਹੁਣ ਨਵਾਂ ਪੰਜਾਬ ਦੇ ਲਈ, ਪੰਜਾਬ ਨੂੰ ਲੀਹਾਂ ਤੇ ਲਿਆਉਣ ਦੇ ਲਈ ਇਹਨਾਂ ਦੇ ਮਾਈਂਡ ਦੇ ਵਿੱਚ ਕੀ ਚੱਲ ਰਿਹਾ, ਕਿਹੜੇ ਪ੍ਰੋਜੈਕਟ ਹਨ, ਕਿਹੜੇ ਸੈਕਟਰ ਦੇ ਵਿੱਚ ਇਹ ਕੰਮ ਕਰ ਰਹੇ ਨੇ, ਗੱਲਬਾਤ ਕਰਾਂਗੇ। ਸਵਾਗਤ ਹੈ ਮਨਜੀਤ ਜੀ। ਸਭ ਤੋਂ ਪਹਿਲਾ ਸਵਾਲ ਮੇਰਾ ਤੁਹਾਨੂੰ ਇਹੀ ਹੈ ਕਿ ਕੱਲ ਵਿਜ਼ਨ ਪੰਜਾਬ ਪ੍ਰੋਗਰਾਮ ਦੇ ਵਿੱਚ ਮੁੱਖ ਮੰਤਰੀ ਪੰਜਾਬ ਹੋਣਾ ਨੇ ਬਹੁਤ ਅਹਿਮ ਗੱਲਾਂ ਕੀਤੀਆਂ ਨੇ। ਤੁਹਾਨੂੰ ਕੀ ਚੇਂਜਸ ਲੱਗਿਆ ਪਿਛਲੀਆਂ ਸਰਕਾਰਾਂ ਦੇ ਸਟੇਟਮੈਂਟਾਂ ਦੇ ਵਿੱਚ ਤੇ ਮੁੱਖ ਮੰਤਰੀ ਭਗਵੰਤ ਮਾਨ ਹੋਣਾ ਦੀ ਸਟੇਟਮੈਂਟ ਦੇ ਵਿੱਚ? ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਵਰਨ ਜੀ, ਥੈਂਕ ਯੂ ਫॉर ਮੀਟਿੰਗ। ਆਪਾਂ ਦੁਬਾਰਾ ਗੱਲਬਾਤ ਕਰ ਰਹੇ ਹਾਂ ਤੇ ਬੜਾ ਵਧੀਆ ਲੱਗਿਆ ਜੀ। ਮੈਂ ਕਹਿ ਸਕਦਾ ਕਿ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਹੋਈ ਹੈ ਤੇ ਮਾਨ ਸਾਹਿਬ, ਆਨਰੇਬਲ CM ਸਾਡੇ ਭਗਵੰਤ ਸਿੰਘ ਮਾਨ ਸਾਹਿਬ, ਉਹਨਾਂ ਨੇ ਸਾਫ਼ ਤੇ ਸਪਸ਼ਟ ਸ਼ਬਦਾਂ 'ਚ ਕਿਹਾ ਕਿ ਬਦਲਾਅ ਕਹਿ ਲਓ ਜਾਂ ਚੇਂਜਸ ਕਹਿ ਲਓ, ਦ ਵੇ ਦ ਗਵਰਨਮੈਂਟ ਵਿਲ ਰਨ, ਉਹ ਸਾਰਾ ਕੁਝ ਚੇਂਜ ਆ। ਹੁਣ ਤੁਹਾਨੂੰ ਇੱਕ ਸਾਫ਼ ਸੁਥਰਾ ਇਮਾਨਦਾਰ ਮਾਹੌਲ ਮਿਲੇਗਾ, ਸਪੋਰਟ ਮਿਲੇਗੀ ਸਰਕਾਰ ਦੀ ਤਰਫੋਂ ਜੋ ਵੀ ਤੁਸੀਂ ਕਰਨਾ ਚਾਹੁੰਦੇ ਹੋ। ਤੇ ਅਸੀਂ ਪੰਜਾਬ ਨੂੰ ਖੁਸ਼ਹਾਲ ਬਣਾਉਣਾ, ਪੰਜਾਬ ਵਿੱਚ ਤਰੱਕੀ ਕਰਨੀ, ਡਿਵੈਲਪਮੈਂਟ ਕਰਨੀ ਆ। ਤੇ ਕਿਹੜੇ ਸੈਕਟਰ ਆ ਉਹਨਾਂ ਨੇ ਉਹ ਵੀ ਦੱਸਿਆ ਕਿ ਕਿਹੜੇ ਸੈਕਟਰਾਂ 'ਤੇ ਅਸੀਂ ਚਾਹੁੰਦੇ ਆ। ਵੈਸੇ ਤਾਂ ਸਾਰੇ ਸੈਕਟਰਾਂ ਦੇ ਵਿੱਚ ਤਰੱਕੀ ਹੋਣੀ ਚਾਹੀਦੀ ਆ, ਡਿਵੈਲਪਮੈਂਟ ਹੋਣੀ ਚਾਹੀਦੀ ਓਵਰਆਲ, ਪਰ ਕੁਝ ਸੈਕਟਰ ਜਿਹੜੇ ਆ ਦੇ ਆਰ ਦ ਨੀਡ ਆਫ ਦਾ ਆਵਰ। ਜਿਵੇਂ ਉਹਨਾਂ ਨੇ ਰੀਨਿਊਏਬਲ ਜਿਹੜੀ એનર્ਜੀ ਆ ਉਹਦੇ ਉੱਤੇ ਫੋਕਸ ਕਾਫੀ ਦਿੱਤਾ ਕਿ ਅਸੀਂ ਚਾਹੁੰਦੇ ਕਿ ਪੰਜਾਬ ਦੇ ਵਿੱਚ ਸੋਲਰ ਜਾਂ ਗੈਸ ਦੇ ਪ੍ਰੋਜੈਕਟ ਲੱਗਣ, ਜਿਹੜਾ ਪਰਾਲੀ ਦੀ ਪ੍ਰੋਬਲਮ, ਪੋਲੂਸ਼ਨ ਦੀ ਪ੍ਰੋਬਲਮ, ਉਹਨੂੰ ਟੈਕਲ ਕੀਤਾ ਜਾਵੇ। ਤੇ ਮਤਲਬ ਕਿ ਅਸੀਂ ਪੰਜਾਬ ਦੇ ਵਿੱਚ ਐਥਨੋਲ ਦੇ ਵੀ ਪਲਾਂਟ ਲਾਈਏ। ਫਿਊਚਰਿਸਟਿਕ ਜਿਹੜਾ ਹੈ ਸਾਡਾ ਜਿਹੜਾ ਇਹ ਡਿਪਾਰਟਮੈਂਟ ਆ ਕਾਫੀ, ਇਹਦੇ 'ਤੇ ਆਉਣ ਵਾਲੇ ਸਮੇਂ 'ਚ ਪੋਲੂਸ਼ਨ ਘੱਟ ਹੋਵੇ। ਮੇਨ ਗੱਲ ਇਹ ਹੈ ਕਿ ਸਾਡਾ ਇਨਵਾਇਰਨਮੈਂਟ, ਵਾਤਾਵਰਣ ਸਾਫ਼ ਹੋਵੇ। ਉਸ ਸੈਕਟਰ 'ਤੇ ਫਿਰ ਐਗਰੀਕਲਚਰ ਆਪਣਾ ਸੈਕਟਰ ਜਿਹੜਾ ਆਪਾਂ ਨੂੰ ਪਤਾ ਆ ਕਿ ਕਿਹੜੀਆਂ ਇਹਦੇ ਵਿੱਚ ਪ੍ਰੋਬਲਮ ਆ। ਕਈ ਵਾਰੀ ਆਪਾਂ ਗੱਲਬਾਤ ਕਰ ਚੁੱਕੇ ਹਾਂ ਕਿ ਸਾਡਾ ਜਿਹੜਾ ਪੰਜਾਬ ਆ, ਜਿਹੜੀ ਸਾਡੀ ਧਰਤੀ ਆ, ਬਹੁਤ ਫਰਟਾਈਲ ਆ, ਬਹੁਤ ਉਪਜਾਊ ਆ। ਗੁਰੂਆਂ ਪੀਰਾਂ ਦੀ ਧਰਤੀ ਆ। ਸਾਡੇ ਧੰਨ ਬਾਬਾ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਵੀ ਖੇਤੀ ਕੀਤੀ ਆ। ਉਹਨਾਂ ਵੀ ਕਿਹਾ ਵੀ ਖੇਤੀ ਉੱਤਮ ਤੇ ਮੱਧਮ ਵਪਾਰ ਨੂੰ ਵੀ ਉਹਨਾਂ ਨੇ ਸੈਕੰਡ ਦਰਜਾ ਦਿੱਤਾ। ਸੋ ਜਿਹੜੀ ਸਾਡੀ ਕੁਦਰਤੀ ਖੇਤੀ ਆ ਉਹਦੇ ਉੱਤੇ ਫੋਕਸ ਚਾਹੀਦਾ। ਸਾਡੇ ਜਿਹੜੇ ਪੰਜਾਬ ਐਗਰੋ ਆ ਆਲਰੇਡੀ ਕੰਮ ਕਰ ਰਹੇ ਨੇ ਆਰਗੈਨਿਕ ਪ੍ਰੋਡਿਊਸ ਦੇ ਉੱਤੇ। ਅੱਛਾ, ਉਹਨੂੰ ਹੋਰ ਵਧਾਉਣ ਦੀ ਲੋੜ ਆ। ਖੇਤੀਬਾੜੀ ਜਿਹੜੀ ਆ ਨਾ, ਇਹਦੇ ਵਿੱਚ ਡਾਇਵਰਸੀਫਿਕੇਸ਼ਨ ਦੀ ਲੋੜ ਆ, ਉਹਦੇ 'ਤੇ ਕੰਮ ਕਰਨ ਦੀ। ਰਾਜਸਥਾਨ ਕਰ ਰਿਹਾ, ਹੋਰ ਸਟੇਟਾਂ ਕਰ ਰਹੀਆਂ, ਪੰਜਾਬ ਨੂੰ ਵੀ ਲੋੜ ਆ ਕਿ ਅਸੀਂ ਜਿਹੜੀ ਸਾਡੀਆਂ ਨੋਰਮਲ ਕ੍ਰੋਪਸ, ਫਸਲਾਂ, ਆਪਾਂ ਉਹੀ ਬੀਜੀ ਜਾਂਦੇ ਆ। ਜਿਵੇਂ ਆਪਾਂ ਨੂੰ ਪਤਾ ਕਿ ਆਪਣਾ ਜਿਹੜਾ ਹੈਗਾ ਕਣਕ ਹੁੰਦੀ ਆ, ਆਪਣੇ ਝੋਨੇ ਦਾ ਆਪਾਂ ਨੂੰ ਪਤਾ ਕਿ ਆਪਾਂ ਰਾਈਸ ਪੈਡੀ ਜਿਹੜੀ ਇਹ ਬਹੁਤ ਜਦ ਕਿ ਪੰਜਾਬ 'ਚ ਇਹ ਕੰਜ਼ਿਊਮ ਨਹੀਂ ਹੁੰਦੀ, ਫਿਰ ਵੀ ਆਪਾਂ ਕਿਉਂਕਿ ਇਹਦੇ ਵਿੱਚ ਇੱਕ ਸਿਸਟਮ ਜਿਹਾ ਚੱਲਿਆ ਆ ਕਿ ਕੈਸ਼ ਕਰੋਪ ਕਹਿ ਸਕਦੇ ਹਾਂ। ਸੋ ਜਿਹੜੇ ਕਿਸਾਨ ਆ ਉਹ ਪ੍ਰੈਫਰ ਕਰਦੇ ਆ ਕਿ ਸਾਨੂੰ ਇੰਨੇ ਕੁ ਪੈਸੇ ਆ ਜਾਣੇ ਆ। ਇਸੇ ਤਰ੍ਹਾਂ ਜੇ ਆਪਾਂ ਸ਼ੂਗਰ ਕੇਨ, ਆਪਾਂ ਨੂੰ ਪਤਾ ਵੀ ਖੰਡ ਮਿੱਲਾਂ ਵੀ ਪੈਸੇ ਨਹੀਂ ਦੇ ਰਹੀਆਂ ਕਿਸਾਨਾਂ ਦੇ, ਤੇ ਫਿਰ ਵੀ ਆਪਾਂ ਗੰਨੇ ਦੀ ਫਸਲ ਕਾਫੀ ਹੁੰਦੀ ਆ। ਸੋ ਇਹ ਹੈ ਕਿ ਉਹਨਾਂ ਤੋਂ ਜਿਹੜੇ ਅਲਟਰਨੇਟਿਵ ਆਪਾਂ ਪ੍ਰੋਡਿਊਸ ਜਾਂ ਪ੍ਰੋਡਕਟਸ ਪ੍ਰੋਡਿਊਸ ਕਰਨੇ ਉਹ ਕਰੀਏ।
ਪਰ ਮੇਨ ਗੱਲ ਆ ਕਿ ਅਸੀਂ ਸਬਜ਼ੀਆਂ ਤੇ ਫਲਾਂ ਤੇ ਆਪਾਂ ਅੱਗੇ ਵੀ ਗੱਲ ਕਰਦੇ ਹਾਂ ਵੀ ਉਹ ਕੈਸ਼ ਕ੍ਰੌਪਸ ਕਰੀਏ, ਉਹਨਾਂ ਤੇ ਵੀ ਅਸੀਂ ਸਰਕਾਰ ਤੋਂ, ਸੈਂਟਰ ਸਰਕਾਰ ਤੋਂ MSP ਮੰਗੀਏ, ਤਾਂ ਕਿ ਜਿਹੜਾ ਸਾਡੇ ਕਿਸਾਨ ਆ ਉਹਨਾਂ ਦਾ ਰੁਝਾਨ ਇਹਨਾਂ ਚੀਜ਼ਾਂ ਵੱਲ ਹੋਵੇ ਤੇ ਉਹਨਾਂ ਨੂੰ ਐਕਸਪੋਰਟ ਵੀ ਕੀਤਾ ਜਾਵੇ। ਸੋ ਦੋ ਤਰ੍ਹਾਂ ਦੀ ਐਗਰੀਕਲਚਰ ਸੈਕਟਰ ਦੇ ਵਿੱਚ ਐਕਸਪੋਰਟ ਹੋ ਸਕਦੀ ਆ। ਇੱਕ ਤਾਂ ਸਾਡੇ ਜਿਹੜੇ ਪੰਜਾਬ ਦੇ ਵਿੱਚ ਮੈਂ ਜੀ ਵਿਜ਼ਿਟ ਕੀਤਾ ਸੀ, ਜਿਵੇਂ ਅੱਗੇ ਵੀ ਆਪਾਂ ਗੱਲ ਕਰਦੇ ਹਾਂ, ਜਿੰਨੀਆਂ ਫੂਡ ਫੈਕਟਰੀਜ਼ ਆ, ਜਿੰਨੇ ਫਾਰਮਸ ਨੇ, ਸੁਸਾਇਟੀਜ਼ ਨੇ, ਸਾਰੀਆਂ ਵਿਜ਼ਿਟ ਕੀਤੀਆਂ। ਸੋ ਮੇਰੇ ਕੋਲ ਇਹ ਨੌਲੇਜ ਆ ਕਿ ਪੰਜਾਬ ਵਿੱਚ ਐਗਜ਼ਿਸਟਿੰਗ ਕੀ ਆ ਤੇ ਕੀ ਹੋ ਸਕਦਾ। ਸੋ ਉਹਦੇ ਤੇ ਚੱਲਦਿਆਂ ਆਪਾਂ ਕਰੀਏ ਕਿ ਆਪਾਂ ਜਿਹੜੇ ਸਾਡੇ ਕਰੰਟ ਪਲਾਂਟ ਲੱਗੇ ਹੋਏ ਉਹਨਾਂ ਨੂੰ ਫੁੱਲ ਕਪੈਸਿਟੀ ਤੇ ਪਹਿਲਾਂ ਲੈ ਕੇ ਆਈਏ, ਉਹਨਾਂ ਨੂੰ ਮਾਡਰਨਾਈਜ਼ ਵੀ ਕਰੀਏ, ਤਾਂ ਕਿ ਅਸੀਂ ਜਿਹੜੀ ਫੂਡ ਪ੍ਰੋਸੈਸਿੰਗ ਆ ਜਿਹੜੀ ਉਹਦੇ ਤੇ ਫੋਕਸ ਕਰੀਏ, ਪ੍ਰੀਜ਼ਰਵ ਕਰੀਏ, ਪ੍ਰੋਸੈਸ ਕਰੀਏ। ਕੈਨਿੰਗ ਬਹੁਤ ਵੱਡਾ ਸਕੋਪ ਆ ਸਾਡੇ ਕੋਲ। ਸਾਰੀ ਦੁਨੀਆ ਤੇ ਇਸ ਵੇਲੇ ਆਪਾਂ ਨੂੰ ਪਤਾ ਯੂਕਰੇਨ ਦੀ ਵਾਰ ਕਰਕੇ ਵੀ ਜਾਂ ਕੋਵਿਡ ਕਰਕੇ ਵੀ ਜਿਹੜਾ ਫੂਡ ਸਿਕਿਉਰਿਟੀ ਆ ਇਸ਼ੂ ਬਣਿਆ ਹੋਇਆ, ਤੇ ਸਾਰੀ ਦੁਨੀਆ ਤੇ ਉਹਨਾਂ ਨੂੰ ਜ਼ਰੂਰਤ ਆ ਫੂਡ ਦੀ, ਜਿਹੜੀ ਇੰਪੋਰਟ ਦੀ। ਅਸੀਂ ਪੰਜਾਬ ਤੋਂ ਬਹੁਤ ਕੁਝ ਭੇਜ ਸਕਦੇ ਹਾਂ। ਜਿਹੜੇ ਕੈਨਡ ਜਿੰਨੇ ਪ੍ਰੋਡਕਟਸ ਆ ਉਹ ਬਾਈ ਸ਼ਿਪ ਜਾਂਦੇ, ਉਹਨਾਂ ਦੀ ਲਾਈਫ ਬੜੀ ਵੱਡੀ ਹੁੰਦੀ ਆ। ਉਹ ਅਸੀਂ ਜਿਵੇਂ ਮਾਨ ਸਾਹਿਬ ਨੇ ਇਹ ਗੱਲ ਬਹੁਤ ਵਧੀਆ ਮੈਨੂੰ ਚੰਗੀ ਲੱਗੀ ਕਿ ਪੰਜਾਬ ਸਰਕਾਰ ਟ੍ਰੇਨਾਂ ਚਲਾਏਗੀ। ਤੁਸੀਂ ਵੀ ਇਹ ਗੱਲ ਮੈਂਸ਼ਨ ਕੀਤੀ ਮੈਨੂੰ, ਕਿਉਂਕਿ ਸਾਡੇ ਕੋਲ ਕੋਈ ਸਮੁੰਦਰ ਨਹੀਂ ਹੈ। ਮੈਂ ਉਹੀ ਗੱਲ ਕਰਨ ਵਾਲਾ ਸੀਗਾ, ਪੰਜਾਬ ਔਨ ਵੀਲਸ 3 ਟ੍ਰੇਨਾਂ ਉਹਨਾਂ ਨੇ ਸ਼ੁਰੂ ਕਰਨ ਦੀ ਗੱਲ ਕਹੀ ਹੈ, ਕੇਂਦਰ ਸਰਕਾਰ ਦੀ ਸਕੀਮ ਹੈਗੀ ਹੈ। ਤੇ ਕਿਵੇਂ ਦੇਖਦੇ ਹੋ ਫਿਰ ਇੰਪੋਰਟ ਐਕਸਪੋਰਟ ਜਿਹੜਾ ਹੈਗਾ, ਇਸ ਦੇ ਨਾਲ ਕਾਫੀ ਉਹਨਾਂ ਨੇ ਫਾਇਦੇ ਵੀ ਦੱਸੇ ਕਿ ਜਿਹੜਾ ਕੋਲ ਹੈਗਾ, ਜਦੋਂ ਕੋਲ ਦੀ ਲੋੜ ਪਏਗੀ ਪੰਜਾਬ ਨੂੰ ਬਿਜਲੀ ਪ੍ਰੋਡਿਊਸ ਕਰਨ ਦੇ ਲਈ, ਉਹ ਵੀ ਆਏਗਾ। ਉਹ ਮਾਈਨ ਵੀ ਖੁੱਲ੍ਹ ਚੁੱਕੀ ਹੈਗੀ ਆ। ਤੇ ਚਾਹੇ ਕੋਈ ਵੀ ਵਪਾਰੀ ਹੈ ਆਪਣਾ ਇੰਪੋਰਟ ਕਰਨਾ ਚਾਹੁੰਦਾ, ਐਕਸਪੋਰਟ ਕਰਨਾ ਚਾਹੁੰਦਾ, ਉਹ ਸਾਰਾ ਕੁਝ ਆਏਗਾ। 3% ਤੇ ਲੋਨ ਵੀ ਮਿਲੇਗਾ। ਇਹ ਚੀਜ਼ ਨੂੰ ਤੁਸੀਂ ਕਿੰਨਾ ਕੁ ਰਾਹਤ ਮੰਨਦੇ ਹੈਗੇ ਹੋ ਕਿ ਵਪਾਰੀ ਜੇਕਰ ਇਹ ਪੈਸਾ 350 ਕਰੋੜ ਸਮਥਿੰਗ ਉਹਨਾਂ ਨੇ ਬੋਲਿਆ ਕਿ ਇੱਕ ਟ੍ਰੇਨ ਦਾ ਜਿਹੜਾ ਖਰਚਾ ਜਿਹੜਾ ਪੈਣਾ ਹੈਗਾ, ਹਾਂਜੀ, ਕਿੰਨਾ ਕੁ ਫਾਇਦਾ ਜਿਹੜਾ ਹੈਗਾ ਉਹ ਮਿਲੇਗਾ? ਇਸ ਦੇ ਨਾਲ ਬੜਾ ਬੂਸਟ ਮਿਲੇਗਾ ਵਪਾਰ ਨੂੰ। ਜਿਹੜਾ ਸਾਡਾ ਇੰਟਰਨੈਸ਼ਨਲ ਟ੍ਰੇਡ ਹੈ ਜੀ, ਅਸੀਂ ਤਾਂ ਚਾਹੁੰਦੇ ਹਾਂ ਕਿ ਸਾਡਾ ਬਾਈ ਸੀ ਵੀ ਹੋਵੇ ਤੇ ਸਾਡਾ ਬਾਈ 에ਅਰ ਵੀ ਹੋਵੇ। ਹੁਣ ਜਿਹੜੇ ਆਪਣੇ 5 에ਅਰਪੋਰਟ ਨੇ, ਉਹਨਾਂ ਦੇ ਵਿੱਚੋਂ 2 ਕਾਫੀ ਆਪਣੇ ਡਿਵੈਲਪਮੈਂਟ ਹੋਈ ਆ। ਚੰਡੀਗੜ੍ਹ ਦਾ 에ਅਰਪੋਰਟ ਵੀ ਕਾਫੀ ਇਹਦੇ ਤੇ ਆਪਾਂ ਅਪਗ੍ਰੇਡ ਕੀਤਾ, ਪਰ ਇਹਦੇ 'ਚੋਂ ਵੀ ਫਲਾਈਟਾਂ ਹਾਲੇ ਇੰਟਰਨੈਸ਼ਨਲ ਨਹੀਂ ਚੱਲ ਰਹੀਆਂ, ਥੋੜ੍ਹੀਆਂ ਬਹੁਤੀਆਂ ਮਿਡਲ ਈਸਟ ਨੂੰ ਜਾਂਦੀਆਂ ਨੇ, ਆਪਾਂ ਨੂੰ ਪਤਾ। ਅੰਮ੍ਰਿਤਸਰ ਦੇ ਵਿੱਚ ਕਾਫੀ ਫਲਾਈਟਾਂ ਸੀਗੀਆਂ, ਪਰ ਕਾਫੀ ਕੋਵਿਡ ਕਰਕੇ ਵੀ ਡਿਕਰੀਜ਼ ਹੋ ਗਈਆਂ। ਹਾਲੇ ਵੀ ਉੱਥੇ ਡਾਇਰੈਕਟ ਫਲਾਈਟਾਂ ਖਾਸ ਕਰਕੇ ਵੈਸਟ ਨੂੰ ਬਹੁਤ ਘੱਟ ਨੇ। ਅਸੀਂ ਹਮੇਸ਼ਾ ਐਡਵੋਕੇਟ ਕੀਤਾ, ਇਸ ਚੀਜ਼ ਨੂੰ ਪ੍ਰਮੋਟ ਕੀਤਾ ਕਿ ਸਾਨੂੰ ਡਾਇਰੈਕਟ ਫਲਾਈਟਸ ਚਾਹੀਦੀਆਂ ਗੁਰੂ ਕੀ ਨਗਰੀ ਤੋਂ ਕੈਨੇਡਾ ਨੂੰ, US ਨੂੰ, ਇੰਗਲੈਂਡ ਨੂੰ, ਖਾਸ ਕਰਕੇ ਯੂਰਪ ਨੂੰ। ਤੇ ਜੇ ਆਪਾਂ ਦੇਖੀਏ ਵੀ ਪੰਜਾਬ ਤੋਂ UAE 3.5 ਘੰਟੇ ਦਾ ਸਫ਼ਰ ਆ ਤੇ UK ਯੂਰਪ 7-8 ਘੰਟੇ ਦਾ ਸਫ਼ਰ ਆ। ਸੋ ਅਸੀਂ ਜਿਹੜੀਆਂ ਸਾਡੀਆਂ ਫਰੈਸ਼ ਐਗਜ਼ੋਟਿਕ ਵੈਜੀਟੇਬਲ ਕਹਿ ਲਓ ਉਹਨਾਂ ਨੂੰ, ਜਿਹੜੀਆਂ ਸਬਜ਼ੀਆਂ, ਮੈਂ ਤੁਹਾਨੂੰ ਐਗਜ਼ਾਮਪਲ ਦਿੰਦਾ ਜੀ, ਇੰਨਾ ਸਕੋਪ ਆ ਕਿ ਇਸ ਵੇਲੇ ਇੱਥੇ ਕਰੇਲੇ, ਭਿੰਡੀ, ਤੁਸੀਂ ਤਾਂ ਰਹਿੰਦੇ ਹੋ, ਜਾਣਦੇ ਹੋਵੋਗੇ ਕਿ ਵੱਧ ਤੋਂ ਵੱਧ 25-30 ਰੁਪਏ ਨੂੰ ਕਿਲੋ ਹੋਏਗੀ। ਉਹ ਵੀ ਕਾਫੀ ਟੌਪ ਲੈਵਲ ਦੀ ਪ੍ਰਾਈਸ ਆ ਮਾਰਕੀਟ ਦੇ ਹਿਸਾਬ ਨਾਲ। ਤੇ ਅੱਜ ਦੀ ਡੇਟ ਦੇ ਵਿੱਚ UK ਦੇ ਵਿੱਚ ਕਰੇਲੇ, ਭਿੰਡੀ, ਟਿੰਡੇ 7 ਤੋਂ ਲੈ ਕੇ 8 ਪਾਉਂਡ, 700 ਤੋਂ 800 ਰੁਪਏ ਪਰ ਕਿਲੋ ਵਿਕ ਰਹੇ ਆ। ਤੁਸੀਂ ਦੇਖੋ, ਵਪਾਰੀ ਹੀ ਪੈਸੇ ਬਣਾ ਰਹੇ ਆ। ਕਿਸਾਨ ਨੂੰ ਤਾਂ ਕੋਈ, ਜੇ ਸਾਡੀ ਇਹ ਸਬਜ਼ੀ ਇੱਥੋਂ ਜਾਊਗੀ, ਸਾਡਾ ਫਰੂਟ ਜਾਊਗਾ ਤੇ ਸਾਡੀ ਸਬਜ਼ੀਆਂ ਜਾਣਗੀਆਂ, ਈਵਨ ਹਰਬਸ ਜਾਣਗੀਆਂ, ਉਹਦਾ ਕਿੰਨਾ ਫਾਇਦਾ। ਸਾਨੂੰ ਪ੍ਰਾਈਸਿੰਗ ਮੈਕੈਨਿਜ਼ਮ ਚਾਹੀਦਾ, ਸਾਨੂੰ ਮਾਰਕੀਟਿੰਗ ਤੇ ਐਕਸਪੋਰਟ ਮੈਕੈਨਿਜ਼ਮ ਚਾਹੀਦਾ। ਤੁਹਾਡੀ ਇਸ ਵਿਸ਼ੇ ਬਾਬਤ ਭਗਵੰਤ ਮਾਨ ਹੋਣਾ ਨਾਲ ਗੱਲਬਾਤ ਹੋਈ? ਕਿਉਂਕਿ ਅਕਸਰ ਉਹ ਆਪਣੀ ਸਪੀਚ ਦੇ ਵਿੱਚ ਇਹ ਕਹਿੰਦੇ ਨਜ਼ਰ ਆਉਂਦੇ ਨੇ ਕਿ ਪੰਜਾਬ ਕੀ ਨਹੀਂ ਪੈਦਾ ਕਰ ਸਕਦਾ, ਵੀ ਪੰਜਾਬ ਦੇ ਪ੍ਰੋਡਕਟ ਅਸੀਂ ਵਿਦੇਸ਼ਾਂ ਦੇ ਵਿੱਚ ਜੇਕਰ ਵੇਰਕਾ, ਮਾਰਕਫੈਡ ਦੇ ਪ੍ਰੋਡਕਟ ਜਾਂਦੇ ਨੇ ਤਾਂ ਬਾਹਰਲੇ ਮੁਲਕਾਂ ਦੇ ਸਟੋਰਾਂ ਦੇ ਵਿੱਚ, ਜਿਵੇਂ ਤੁਸੀਂ ਜ਼ਿਕਰ ਕਰ ਰਹੇ ਹੋ, ਕਿਸਾਨਾਂ ਦੇ ਪ੍ਰੋਡਕਟ ਵੀ ਉੱਥੇ ਪਹੁੰਚਣ। ਇਸ ਪਾਲਿਸੀ ਨੂੰ ਕਿਸਾਨਾਂ ਨੂੰ ਸਮਝਾਉਣ ਤੱਕ ਕਿ ਕਿਵੇਂ ਇਹਦਾ ਵਪਾਰ ਕਰਨਾ ਹੈ, ਉਹ ਪੂਰੀ ਇਸ ਦੀ ਪਲੈਨਿੰਗ, ਇਸ ਦਾ ਬਲੂਪ੍ਰਿੰਟ, ਕੁਝ ਗੱਲਬਾਤ ਹੋਈ ਹੈ ਕਿ CM ਸਾਹਿਬ ਨੂੰ ਤੁਸੀਂ ਪ੍ਰੈਜੈਂਟੇਸ਼ਨ ਇਸ ਬਾਬਤ ਦਿੱਤੀ ਹੋਵੇ? ਨਹੀਂ, ਇਸ ਬਾਬਤ ਅਸੀਂ ਗੱਲਬਾਤ ਕਰਾਂਗੇ। ਵਰੁਣ ਜੀ, ਤੁਸੀਂ ਤਾਂ ਮੇਰੇ ਨਾਲ ਕਾਫੀ ਆਪਾਂ ਆਲਰੇਡੀ ਕਰ ਚੁੱਕੇ ਹਾਂ, ਹਮੇਸ਼ਾ ਆਪਾਂ ਜ਼ਿਕਰ ਵੀ ਕਰਦੇ ਹਾਂ। ਮੇਰੀ ਜਿਹੜੀ ਯੂਨੀਵਰਸਿਟੀ ਲੰਡਨ ਤੋਂ ਬੈਕਗਰਾਊਂਡ, ਉਹ ਐਗਰੋਟੈਕ ਦੇ ਵਿੱਚ ਆ, ਫੂਡ ਪ੍ਰੋਸੈਸਿੰਗ, ਫੂਡ ਪ੍ਰੈਜ਼ਰਵੇਸ਼ਨ, ਫੂਡ ਮਾਈਕਰੋਬਾਇਓਲੋਜੀ। ਸੋ ਪੂਰੀ ਟੈਕਨੀਕਲ ਮੈਨੂੰ ਨੌਲੇਜ ਹੈ। ਫਿਰ ਮੈਂ ਰੀਟੇਲ ਕੰਪਨੀ, ਫੂਡ ਰੀਟੇਲ ਕੰਪਨੀ 'ਚ ਕੰਮ ਕੀਤਾ ਜੀ, ਮਾਰਕੀਟਿੰਗ ਡਿਪਾਰਟਮੈਂਟ UK ਦੇ ਵਿੱਚ, ਆਰਗਾਈਲ ਸਟੋਰਸ ਐਂਡ ਸੇਫਵੇ ਸਟੋਰਸ ਦੇ ਵਿੱਚ। ਸੋ ਮੈਨੂੰ ਮੈਕੈਨਿਜ਼ਮ ਦਾ ਪਤਾ। ਅਸੀਂ ਜਦੋਂ ਜਾਂਦੇ ਹਾਂ ਸਟੋਰਾਂ ਦੇ ਵਿੱਚ, ਐਸਡਾ, ਸੇਂਸਬਰੀਜ਼, ਟੈਸਕੋ, ਮੋਰਿਸਨਸ, ਅਸੀਂ ਜਾਂਦੇ UK ਦੇ ਵਿੱਚ,
ਸਾਨੂੰ ਜਿਹੜਾ ਪੰਜਾਬ ਤੋਂ ਖਾਸ ਕਰ ਜਾਂ ਇੰਡੀਆ ਤੋਂ ਵੀ ਲੈ ਲਈਏ ਬਹੁਤ ਘੱਟ ਪ੍ਰੋਡਕਟਸ ਮਿਲਦੀਆਂ, ਇੱਕ ਸ਼ੈਲਫ ਵੀ ਪੂਰਾ ਨਹੀਂ ਮਿਲਦਾ। ਹਾਂਜੀ ਹੈ ਨਾ, ਚਾਈਨੀਜ਼ ਨੂੰ ਜ਼ਿਆਦਾ ਸਪੇਸ ਮਿਲਦਾ, ਇੰਡੀਅਨ ਨੂੰ ਇੰਨਾ ਸਪੇਸ ਨਹੀਂ। ਪਰ ਅਸੀਂ ਚਾਹੁੰਦੇ ਹਾਂ ਕਿ ਸਾਡੀਆਂ ਪ੍ਰੋਡਕਟਸ ਬਾਹਰ ਜਾ ਕੇ ਨੋਰਮਲ ਪਬਲਿਕ ਲਵੇ, ਅਸੀਂ ਉਹਨਾਂ ਦੇ ਮੁਤਾਬਕ ਬਣਾਈਏ। ਹਾਂਜੀ ਹੈ ਨਾ, ਸੋ ਬਹੁਤ ਕੁਝ ਜਾ ਸਕਦਾ, ਕੈਨਡ ਪ੍ਰੋਡਕਟਸ ਜਾ ਸਕਦੀਆਂ ਸਾਡੀਆਂ, ਪ੍ਰੋਸੈਸਡ ਈਵਨ ਫਰੋਜ਼ਨ ਫੂਡ ਵੀ ਕਾਫੀ ਥੋੜ੍ਹਾ ਜਾ ਰਿਹਾ, ਪਰ ਜਾਪਾਨ ਵਗੈਰਾ ਜਾ ਰਿਹਾ, ਹਾਲੇ ਤੱਕ ਯੂਕੇ ਯੂਰਪ ਨੇ ਨਹੀਂ ਗਿਆ। ਸੋ ਇਸ ਕਰਕੇ ਜਿਹੜੀਆਂ ਅਸੀਂ ਇੱਥੇ ਇਸ ਚੀਜ਼ ਨੂੰ ਬੂਸਟ ਦਈਏ ਕਿ ਜਿਹੜਾ ਸਾਡਾ ਐਗਰੋ ਪ੍ਰੋਡਿਊਸ ਹੈ ਨਾ, ਉਹ ਜਿਹੜਾ ਹੈ ਬਾਹਰ ਐਕਸਪੋਰਟ ਕੀਤਾ ਜਾਵੇ। ਇਹ ਬਹੁਤ ਜ਼ਰੂਰੀ ਹੈ। ਜਿਹੜਾ ਇਹ ਐਗਰੋ ਪ੍ਰੋਡਿਊਸ ਹੈਗਾ, ਕੀ ਉਸ ਦੀ ਕੁਆਲਿਟੀ ਦੇ ਵਿੱਚ ਵੀ ਸੁਧਾਰ ਲਿਆਉਣ ਦੀ ਲੋੜ ਹੈ? ਬਿਲਕੁਲ। ਕਿਉਂਕਿ ਜਿਹੜੀ ਟੈਸਟਿੰਗ ਹੁੰਦੀਆਂ ਹੈਗੀਆਂ ਬਾਹਰ ਵਾਲੀਆਂ, ਉਹ ਰਿਜੈਕਸ਼ਨ ਵੀ ਕਰਦੀਆਂ ਹੈਗੀਆਂ ਨੇ। ਇਸ ਚੀਜ਼ ਬਾਬਤ ਵੀ ਕੋਈ ਗੱਲਬਾਤ ਹੋਈ ਹੈ? ਤੇ ਤੁਸੀਂ ਇੱਕ ਜ਼ਿਕਰ ਕੀਤਾ ਕਿ ਚਾਈਨੀਜ਼ ਨੂੰ ਜ਼ਿਆਦਾ ਸਪੇਸ ਮਿਲਦੀ ਹੈ, ਇਹਦਾ ਕੀ ਰੀਜ਼ਨ ਹੈ? ਦੇਖੋ ਜੀ, ਜਿਹੜਾ ਫੂਡ ਸੀਗਾ ਕਿਸੇ ਟਾਈਮ ਤੇ, ਜਿਵੇਂ ਆਪਾਂ ਕਹਿ ਲਈਏ ਵੈਸਟ ਦੇ ਵਿੱਚ, ਜਦੋਂ ਅਸੀਂ ਪਹਿਲਾਂ ਗਏ ਤਾਂ ਪਸੰਦ ਨਹੀਂ ਸੀ ਕੀਤਾ ਜਾਂਦਾ। ਜਿਹੜੀ ਸਾਡੀ ਖੁਸ਼ਬੂ, ਆਪਾਂ ਖੁਸ਼ਬੂ ਕਹਿੰਦੇ ਆ, ਉਹਨਾਂ ਨੂੰ ਇਹ ਚੀਜ਼ ਪਸੰਦ ਨਹੀਂ ਸੀ ਵੈਸਟ ਵਾਲੇ ਲੋਕਾਂ ਨੂੰ। ਮਤਲਬ ਜ਼ਿਆਦਾ ਮਸਾਲਾ ਨਹੀਂ। ਹਾਂ ਬਿਲਕੁਲ, ਉਦੋਂ ਬਹੁਤ ਘੱਟ ਲੋਕ, ਜੇ ਆਪਾਂ ਕਹਿ ਲਈਏ 10% ਲੋਕ ਉਦੋਂ ਲਾਈਕ ਕਰਦੇ ਸੀ, ਅੱਜ ਤੋਂ 25-30 ਸਾਲ ਪਹਿਲਾਂ ਕਹਿ ਲਓ ਜਾਂ 35 ਸਾਲ। ਹੁਣ ਜਦ ਕਿ 90% ਲਾਈਕ ਕਰਦੇ ਆ, 10% ਹਾਲੇ ਵੀ ਚਲੋ ਦੇ ਸਟਿਕ ਟੂ ਦੇਅਰ ਇੰਗਲਿਸ਼ ਔਰ ਵਟਐਵਰ। ਪਰ ਉਸ ਤੋਂ ਬਾਅਦ ਫਿਰ ਜਿਹੜੀ ਫੂਡ ਹੁੰਦਾ ਨਾ, ਟ੍ਰੈਂਡ ਚੇਂਜ ਹੁੰਦੇ ਰਹਿੰਦੇ ਆ। ਜਿਵੇਂ ਓਵਰ ਦੀ ਈਅਰਸ, ਜਿੱਦਾਂ ਇਸ ਤਰ੍ਹਾਂ ਕਹਿ ਲਓ ਵੀ ਸਾਡੇ ਲੋਕ ਉੱਥੇ ਰੈਸਟੋਰੈਂਟ ਜ਼ਿਆਦਾ ਖੁੱਲ੍ਹ ਗਏ, ਉਹ ਟਰਾਈ ਕਰਨ ਲੱਗ ਪਏ, ਉਹਨਾਂ ਨੂੰ ਮਸਾਲਿਆਂ ਦਾ ਪਤਾ, ਟੇਸਟ ਦਾ ਪਤਾ ਲੱਗ ਗਿਆ, ਅਤੇ ਹੌਲੀ ਹੌਲੀ ਕੀ ਜਿਹੜੇ ਚਾਈਨੀਜ਼ ਫੂਡ ਵੀ ਉਹ ਵੀ ਬਹੁਤ ਪਾਪੂਲਰ ਆ। ਸੋ ਕਿਸੇ ਟਾਈਮ 'ਤੇ ਜਿਵੇਂ ਕਹਿ ਲਓ ਵੀ ਜਿਹੜਾ ਸਾਡਾ ਵੈਸਟਰਨ ਫੂਡ ਹੈ ਉਹ ਤਾਂ ਉੱਥੇ ਹੈ ਹੀ, ਆਪਾਂ ਨੂੰ ਪਤਾ ਹੈ, ਚਾਹੇ ਫਿਸ਼ ਐਂਡ ਚਿਪਸ ਆ, ਚਾਹੇ ਉਹਨਾਂ ਦੀ ਕਾਰਬਰੀ ਹੈ। ਪਰ ਜਿਹੜੇ ਉਹਨਾਂ ਦੇ ਜਿਹੜੇ ਫੂਡ, ਬਾਕੀ ਫੂਡ ਉਹ ਪਸੰਦੀਦੇ, ਚਾਈਨੀਜ਼ ਕਾਫੀ ਪਾਪੂਲਰ ਆ। ਪਰ ਹੁਣ ਚਾਈਨੀਜ਼ ਤੋਂ ਵੀ ਲੈ ਕੇ ਇੰਡੀਅਨ ਵੀ ਨੰਬਰ 2 ਚੋਇਸ, ਸਮਟਾਈਮਸ ਸਮ ਪਲੇਸਿਸ ਨੰਬਰ 1 ਵੀ ਆ ਚੁੱਕਾ। ਅਤੇ ਤੁਸੀਂ ਸਟੋਰਾਂ 'ਚ ਵੀ ਦੇਖੋਗੇ ਕਿ ਕਾਫੀ ਪ੍ਰੋਸੈਸਡ ਫੂਡ ਜਿਹੜਾ ਹੈ ਉਹ ਅਵੇਲੇਬਲ ਆ, ਪਰ ਉਹ ਲੋਕਲੀ ਮੈਨੂਫੈਕਚਰ ਕੀਤਾ ਜਾਂਦਾ ਮੋਸਟਲੀ। ਪਰ ਜਦ ਕਿ ਇੰਡੀਆ ਤੋਂ ਵੀ ਅਸੀਂ ਕੋਸਟ ਇਫੈਕਟਿਵ ਵੇ ਨਾਲ ਅਸੀਂ ਇੱਥੋਂ ਪੈਕੇਜ ਪ੍ਰੋਡਕਟਸ ਭੇਜ ਸਕਦੇ ਹਾਂ। ਸਾਡੀਆਂ ਕੁਝ ਕੰਪਨੀਆਂ ਭੇਜ ਰਹੀਆਂ ਨੇ, ਬਹੁਤ ਸਕੋਪ ਹੈ ਜੀ ਸਾਡੇ ਇੰਡੀਆ ਦੇ। ਜਿਵੇਂ ਮਾਨ ਸਾਹਿਬ ਨੇ ਗੱਲ ਕੀਤੀ ਵੀ ਸਾਡੇ ਕੋਲ ਯੰਗ ਜਨਰੇਸ਼ਨ ਬਹੁਤ ਹੈ, ਵੀ ਜਿਹੜੇ ਸਾਡੇ ਮੈਜੋਰਿਟੀ 65% ਉਹ 35 ਸਾਲ ਤੋਂ ਥੱਲੇ ਆ, ਅਤੇ ਅਸੀਂ ਉਹਨਾਂ ਨੂੰ ਯੂਟੀਲਾਈਜ਼ ਕਰੀਏ, ਉਸ ਵਰਕ, ਉਸ ਲੇਬਰ ਨੂੰ ਅਸੀਂ ਇੱਥੋਂ ਪ੍ਰੋਡਿਊਸ ਕਰਕੇ, ਮੈਨੂਫੈਕਚਰ ਕਰਕੇ, ਪ੍ਰੋਸੈਸ ਕਰਕੇ ਪ੍ਰੋਡਕਟਸ। ਪੰਜਾਬ ਕੈਨ ਐਕਟ ਐਜ਼ ਫੂਡ ਫੈਕਟਰੀ ਆਫ ਦ ਵਰਲਡ। ਜਿਵੇਂ ਪੰਜਾਬ ਇੰਡੀਆ ਲਈ ਕਹਿੰਦੇ ਸੀ ਨਾ ਕਿ ਸਾਰਾ ਅੰਨ ਦਾ ਭੰਡਾਰ ਸੀਗਾ ਸਾਰੇ ਇੰਡੀਆ ਨੂੰ, ਐਟ ਏ ਟਾਈਮ ਜਦੋਂ ਬਾਕੀ ਸਟੇਟਾਂ 'ਚ ਰਾਈਸ ਨਹੀਂ ਹੁੰਦੇ, ਅਤੇ ਪੰਜਾਬ ਨੇ ਹੀ ਰਾਈਸ ਦਿੱਤੇ ਆ। ਜਿਹੜਾ ਆਪਾਂ ਜਿਹੜੀ ਆ ਰਾਈਸ ਪੈਡੀ ਆ, ਉਦੋਂ ਹੀ ਸ਼ੁਰੂ ਹੋਇਆ, ਜਦ ਕਿ ਹੁਣ ਬਾਕੀ ਸਟੇਟਾਂ ਵੀ ਪ੍ਰੋਡਿਊਸ ਕਰਦੀਆਂ, ਇੰਨੀ ਲੋੜ ਨਹੀਂ ਹੈਗੀ। ਸੋ ਇਸ ਕਰਕੇ ਹੈ ਕਿ ਜਿਹੜਾ ਐਗਰੀਕਲਚਰ ਸੈਕਟਰ ਆ ਜਾਂ ਫੂਡ ਪ੍ਰੋਸੈਸਿੰਗ ਆ, ਇਹਦੇ 'ਤੇ ਬਹੁਤ ਫੋਕਸ ਕਰਨ ਦੀ ਲੋੜ ਆ। ਮੈਂ ਤਾਂ ਵੇਖਿਆ ਜੀ ਜਿਹੜੇ ਸਾਡੇ ਫੂਡ ਪਾਰਕ ਵੀ ਬਣੇ ਹੋਏ ਆ, ਅਤੇ ਇਹਦੇ 'ਤੇ ਰਿਸਰਚ ਕਰਨ ਦੀ ਵੀ ਲੋੜ ਹੈ। ਜਿਵੇਂ ਤੁਸੀਂ ਗੱਲ ਕੀਤੀ ਕਿ ਜਿਹੜਾ ਕੰਸਿਸਟੈਂਸੀ ਜਾਂ ਕੁਆਲਿਟੀ, ਦੇਖੋ ਸਾਡੇ ਉੱਥੇ ਟ੍ਰੇਡਿੰਗ ਸਟੈਂਡਿੰਗ ਡਿਪਾਰਟਮੈਂਟ ਆ, ਹਰ ਇੱਕ ਜਿਹੜਾ ਪ੍ਰੋਡਕਟ ਹੈ ਉਹਦੀ ਟੈਸਟਿੰਗ ਹੁੰਦੀ ਆ। ਸੋ ਇਸ ਕਰਕੇ ਲੈਵਲ ਆਫ ਪੈਸਟੀਸਾਈਡ ਕਿੰਨੇ ਉਹਦੇ 'ਤੇ, ਜਿਵੇਂ ਕਹਿ ਲਓ ਕਿ ਆਪਾਂ ਜਿਹੜੀ ਆਰਗੈਨਿਕ ਪ੍ਰੋਡਿਊਸ ਬਹੁਤ ਮਹਿੰਗੀ ਹੈ, ਜਿਹਨੂੰ ਆਪਾਂ ਕਹਿੰਦੇ ਆ ਕਿ 3-4 ਸਾਲ ਜ਼ਮੀਨ ਨੂੰ ਖਾਲੀ ਰੱਖਣਾ ਪੈਂਦਾ, ਫਿਰ ਕੋਈ ਸਪਰੇਜ਼ ਨਹੀਂ, ਕੋਈ ਫਰਟੀਲਾਈਜ਼ਰ ਨਹੀਂ, ਨੈਚੁਰਲ ਬਾਈ ਕ੍ਰੌਪ ਰੋਟੇਸ਼ਨ, ਤਾਂ ਉਹਨੂੰ ਉਗਾਇਆ ਜਾਂਦਾ। ਉਹਦਾ ਹਰ ਇੱਕ ਇਨਸਾਨ ਉਹਨੂੰ ਪਰਚੇਜ਼ ਨਹੀਂ ਕਰ ਸਕਦਾ, ਨਾ ਇੰਡੀਆ 'ਚ ਮੇਰਾ ਖਿਆਲ। ਬਾਹਰ ਤਾਂ ਬਿਲਕੁਲ ਹੀ ਪ੍ਰੀਮੀਅਮ ਪ੍ਰੋਡਕਟ ਆ, ਪਰ ਲੋਕ ਕਰਦੇ ਆ ਉਹਦੇ ਵਿੱਚ। ਜਿਵੇਂ ਉਹ ਵੀ 10% ਤੋਂ ਮੇਬੀ 20-25-30% ਤੱਕ ਗਰੋ ਕਰ ਰਹੀ ਆ। ਪੀਪਲ ਲਾਈਕ, ਕਿਉਂਕਿ ਹੈਲਥ ਕੌਨਸ਼ੀਅਸ ਬਹੁਤ ਨੇ ਲੋਕ। ਜਦੋਂ ਕੋਵਿਡ ਵੀ ਆਇਆ ਤਾਂ ਲੋਕ ਹੋਰ ਵੀ ਜ਼ਿਆਦਾ ਹੈਲਥ ਕੌਨਸ਼ੀਅਸ ਹੋ ਗਏ ਨੇ। ਪਰ ਸਾਨੂੰ ਕੰਸਿਸਟੈਂਸੀ ਚਾਹੀਦੀ ਆ, ਜਿਹੜੇ ਉੱਥੇ ਦੇ ਸਟੈਂਡਰਡ ਆ। ਜੇ ਅਸੀਂ ਨਹੀਂ ਸਿਮਿਲਰ ਜਾਂ ਗੁੱਡ ਕੁਆਲਿਟੀ ਕ੍ਰੌਪ ਭੇਜਾਂਗੇ, ਫੋਰ ਐਗਜ਼ਾਮਪਲ ਭਿੰਡੀ ਆ, ਜੇ ਉਹ ਬਿਲਕੁਲ ਜਿਵੇਂ ਉਹਨਾਂ ਦਾ ਸਟੈਂਡਰਡ ਸਾਈਜ਼ ਆ, ਜਾਂ ਉਹਦੇ ਵਿੱਚ ਜਿਹੜਾ ਉਹ ਐਨਾਲਿਸਿਸ ਕਰਨਗੇ ਕਿੰਨੇ ਪੈਸਟੀਸਾਈਡ, ਕਿੰਨੇ ਸਪਰੇਅ ਕੀਤੇ ਹੋਏ, ਜੇ ਉਹ ਕੁਝ ਵੀ ਅੰਸ਼ ਪਾਉਣਗੇ ਤਾਂ ਉਹ ਪਾਸ ਨਹੀਂ ਕਰਨਗੇ। ਸੋ ਸਾਨੂੰ ਇਸ ਚੀਜ਼ ਦੀ, ਜਿਹੜੇ ਸਾਡੇ ਕੋਲ ਚਾਈਨਾ ਤੋਂ ਆਉਂਦੇ ਜਾਂ ਕੁਝ ਹੈ ਜੀ ਜਿਹੜੇ ਕਿ ਉਹ ਲਿਸਟ ਹੀ ਨਹੀਂ ਹੈਗੇ, ਉਹ ਪੈਸਟੀਸਾਈਡ, ਉਹ ਜਿਹੜੇ ਫਰਟੀਲਾਈਜ਼ਰ ਆ, ਅਤੇ ਉਹ ਫਿਰ ਉਹ ਅਪਰੂਵ ਨਹੀਂ ਹੋਣਗੇ। ਸੋ ਸਾਨੂੰ ਇਸ ਚੀਜ਼ ਦੀ ਜਿਹੜੇ ਬ੍ਰਿਟਿਸ਼ ਸਟੈਂਡਰਡ ਜਾਂ ਸਾਡਾ ਯੂਰਪੀਅਨ ਸਟੈਂਡਰਡ ਆ, ਉਹਦੇ ਮੁਤਾਬਕ ਸਾਨੂੰ ਪ੍ਰੋਡਿਊਸ ਕਰਨੀ ਪਵੇਗੀ। ਕੀ ਤੁਸੀਂ ਇੰਟਰਵਿਊ ਸੁਣਨ ਵਾਲੇ ਜਿਹੜੇ ਸਾਡੇ ਸਰੋਤੇ ਨੇ, ਉਹਨਾਂ ਕਿਸਾਨਾਂ ਨੂੰ ਵੀ ਕੁਝ ਐਡਵਾਈਸ ਕਰਨਾ ਚਾਹੋਗੇ? ਵੈਸੇ ਸਰਕਾਰ ਨੇ ਕਈ ਪੈਸਟੀਸਾਈਡ ਜਿਹੜੇ ਹੈਗੇ ਨੇ ਬੈਨ ਵੀ ਕੀਤੇ ਨੇ ਪੰਜਾਬ ਦੇ ਵਿੱਚ, ਹੁਣ ਵਿਕਦੇ ਵੀ ਨਹੀਂ ਹੈਗੇ ਉਹ। ਅਤੇ ਕਿਹੜੇ ਇਹੋ ਜਿਹੇ ਪੈਸਟੀਸਾਈਡਸ ਜਾਂ ਕਿਹੜੀਆਂ ਉਹ ਚੀਜ਼ਾਂ ਨੇ, ਜਿਵੇਂ ਤੁਸੀਂ ਦੱਸਿਆ ਕਿ ਜਿਹੜੇ ਕਿਸਾਨਾਂ ਨੇ ਆਪਣਾ ਬਾਹਰ ਭੇਜਣਾ ਹੈਗਾ ਸਮਾਨ। ਹਾਲਾਂਕਿ ਕਈ ਕਿਸਾਨ ਅਜਿਹੇ ਹਨ, ਕਈਆਂ ਦਾ ਫਰੂਟ, ਡਰੈਗਨ ਫਰੂਟ ਇੱਥੇ ਹੁੰਦਾ ਜਾਂਦਾ, ਬਹੁਤ ਸਾਰੀ ਸਟ੍ਰਾਬੇਰੀ ਹੋ ਰਹੀ ਹੈ ਪੰਜਾਬ ਦੇ ਵਿੱਚ, ਬਹੁਤ ਸਾਰੀਆਂ ਚੀਜ਼ਾਂ ਹੋ ਰਹੀਆਂ ਬਾਹਰ ਜਾਂਦੀਆਂ ਨੇ। ਕਿ ਉਹਨਾਂ ਨੂੰ ਕੁਝ ਤੁਸੀਂ ਟਿਪਸ ਦੇਣਾ ਚਾਹੁੰਦੇ ਹੋ ਕਿ ਇਹ ਚੀਜ਼ਾਂ ਕਰੋ?
ਉਸ ਚੀਜ਼ ਦੇ ਨਾਲ ਬਿਜ਼ਨਸ ਤੇ ਜਿਹੜਾ ਹੈਗਾ ਖੇਤੀ ਹੋਰ ਲਾਹੇਵੰਦ ਹੋਏਗੀ ਉਹਨਾਂ ਲਈ? ਹਾਂਜੀ, ਨਹੀਂ ਬਿਲਕੁਲ। ਤੁਸੀਂ ਜਿਵੇਂ ਡੇਟਸ ਵੀ ਟਰਾਈ ਕਰਦੇ ਆ ਪੰਜਾਬ ਦੇ ਵਿੱਚ, ਹੋਰ ਕਾਫੀ ਜਿਹੜੀਆਂ ਨਵੀਆਂ ਕ੍ਰੋਪਸ, ਅਸੀਂ ਓਲਿਵ ਤੇ ਵੀ ਤੁਹਾਨੂੰ ਯਾਦ ਹੋਣਾ ਅਸੀਂ ਰਾਜਸਥਾਨ ਨਾਲ ਵਿਜ਼ਿਟ ਕੀਤਾ ਸੀਗਾ। ਇਨਫੈਕਟ ਵੀ ਆਰ ਐਟ ਐਡਵਾਂਸ ਸਟੇਜ ਕਿ ਅਸੀਂ ਉਹਨਾਂ ਨਾਲ ਜਿਹੜਾ ਰਾਜਸਥਾਨ ਗਵਰਨਮੈਂਟ ਦਾ ROCL ਆ, ਰਾਜਸਥਾਨ ਓਲਿਵ ਕਲਟੀਵੇਸ਼ਨ ਲਿਮਟਿਡ ਡਿਪਾਰਟਮੈਂਟ ਆ, ਤੇ ਉਹ ਇੱਕ ਸੈਮੀ ਗਵਰਨਮੈਂਟ ਆਰਗੇਨਾਈਜੇਸ਼ਨ ਆ, ਤੇ ਉਹਨਾਂ ਨੇ ਸਾਨੂੰ ਪੂਰੀ ਸਪੋਰਟ ਕੀਤੀ। ਅਸੀਂ ਜਿਹੜਾ ਓਲਿਵ ਦੀ ਕਲਟੀਵੇਸ਼ਨ ਦੇ ਪ੍ਰੋਸੈਸ ਵੀ ਸ਼ੁਰੂ ਕਰ ਸਕਦੇ ਹਾਂ। ਹਾਰਟੀਕਲਚਰ ਡਿਪਾਰਟਮੈਂਟ ਕੈਨ ਟੇਕ ਦ ਲੀਡ। ਵੈਸੇ ਉਹਨਾਂ ਕਰ ਰਿਹਾ ਡੈਲੀਗੇਸ਼ਨ ਇਜ਼ਰਾਈਲ ਤੋਂ ਵੀ ਆਉਂਦੇ ਆ, ਕਿਉਂਕਿ ਰਾਜਸਥਾਨ ਉਹਨਾਂ ਨੇ ਵੀ ਇਜ਼ਰਾਈਲ ਨਾਲ ਹੀ ਆਪਣੇ ਪਹਿਲਾਂ ਉਹਨਾਂ ਨੇ ਲਾਂਚ ਕੀਤਾ ਸੀਗਾ, ਫਿਰ ਸਟਾਰਟ ਕੀਤਾ ਸੀ। ਜਦੋਂ ਅਸੀਂ ਦੇਖਿਆ ਉਹਨਾਂ ਦੇ ਨਾਟ ਜਸਟ ਓਲਿਵ, ਉਹ ਕੀ ਸਰਕਾਰ ਦੇ ਜਿਹੜੇ ਰਿਸਰਚ ਸੈਂਟਰ ਆ, ਪਨੀਰੀਆਂ ਬਣਾਉਂਦੇ ਆ ਡਿਫਰੈਂਟ ਜਿਵੇਂ ਤੁਸੀਂ ਅੰਜੀਰ ਹੋ ਗਈ, ਜਿਵੇਂ ਸਟ੍ਰੋਬੇਰੀਜ਼ ਹੋ ਗਏ, ਅਤੇ ਉਹ ਕਿਸਾਨਾਂ ਨੂੰ ਪਨੀਰੀਆਂ ਦਿੰਦੇ ਨੇ ਸਸਤੇ, ਕਈ ਵਾਰੀ ਤਾਂ ਫ੍ਰੀ ਵੀ, ਅਤੇ ਕਈ ਵਾਰੀ ਵੈਰੀ ਕੋਸਟ ਇਫੈਕਟਿਵ ਵੇ ਨਾਲ, ਤਾਂ ਕਿ ਕਿਸਾਨ ਉਹਨਾਂ ਫਸਲਾਂ ਵੱਲ ਜਾਣ। ਅਤੇ ਜਿਹੜੀਆਂ ਐਕਸਪੋਰਟ ਜਿਨ੍ਹਾਂ ਦੇ ਵਿੱਚ ਜਿਵੇਂ ਆਪਣੇ ਕੁਛ ਫਰੂਟ ਹੈਗੇ ਆ, ਜਿੱਦਾਂ ਐਵੋਕਾਡੋ ਆ, ਤੁਸੀਂ ਸੁਣਿਆ ਹੋਣਾ ਕਿ ਵੀ ਕਾਫੀ ਵੀਡੀਓਜ਼ ਆਉਂਦੀਆਂ ਕਿ ਇਹਦੇ ਵਿੱਚ ਇੰਨੇ ਪੈਸੇ ਬਣ ਜਾਂਦੇ ਪਰ ਏਕੜ, ਅਤੇ ਪਰ ਫਿਰ ਵੀ ਜਿਹੜੀ ਆਪਣੀ ਨੋਰਮਲ ਖੇਤੀ ਉਹਦੇ ਨਾਲ 2.5-3 ਗੁਣਾ ਵੀ ਜੇ ਅਗਰ ਕਿਸਾਨ ਨੂੰ ਆਮਦਨ ਹੋ ਜਾਵੇ ਤਾਂ ਉਹ ਬੈਟਰ ਆ, ਅਤੇ ਉਹਦੇ ਵਿੱਚ ਮਿਹਨਤ ਕਰਨੀ ਪੈਣੀ ਆ। ਪਰ ਜਿਵੇਂ ਕੈਨੇਡਾ ਦੇ ਵਿੱਚ ਵੀ ਆ ਜੀ, ਕੁਛ ਆਪਣੇ ਜਿਹੜੇ ਪੰਜਾਬੀ, ਮੇਰੇ ਜਿਹੜੇ ਪਰਿਵਾਰ ਦੇ ਕੁਛ ਮਤਲਬ ਫੈਮਲੀਜ਼ ਹੈਗੇ, ਉਹ ਮੈਜੋਰਿਟੀ ਫਾਰਮਰਸ ਨੇ ਜੀ ਸਾਡੇ, ਮੇਰੇ ਇਨ ਲਾਅ ਸਾਈਡ 'ਤੇ, ਅਤੇ ਦੇ ਪ੍ਰੋਡਿਊਸ ਮੋਰ ਦੈਨ 50% ਆਫ ਦ ਬਲੂਬੈਰੀ ਇਨ ਕੈਨੇਡਾ ਇਨ ਦ BC ਏਰੀਆ। ਅਤੇ ਉਹ ਆਪਣੇ ਹੈ ਕਿ ਬਲੂਬੈਰੀ ਦੇ ਆਪਣਾ ਵੱਡਾ ਏਰੀਆ ਲੈ ਲਓ, ਮੋਰ ਦੈਨ 10,000 ਏਕੜ ਦੇ ਓਨ, ਐਂਡ ਦੇ ਫੋਕਸਿੰਗ ਔਨ ਬਲੂਬੈਰੀ। ਪਰ ਇੱਕ ਜਿਹੜੇ ਫਿਜੀ ਤੋਂ ਜਾਂ ਚਾਈਨਾ ਤੋਂ ਜਾਂ ਉਹ 10 ਏਕੜ 'ਚ ਤੁਹਾਡੇ 100 ਏਕੜ ਜਿੰਨੀ ਪ੍ਰੋਡਿਊਸ ਕਰ ਦਿੰਦੇ ਆ, ਪਰ ਦੇ ਜਸਟ ਗਰੋ ਵੈਜੀਟੇਬਲਸ ਐਂਡ ਫਰੂਟਸ। ਸੋ ਇਵੇਂ ਪੰਜਾਬ ਦੇ ਵਿੱਚ ਜ਼ਮੀਨ ਘੱਟ ਆ ਆਪਣੇ ਕੋਲ, ਆਪਾਂ ਹੁਣ ਉਹ ਜਿਹੜੀਆਂ ਟ੍ਰੈਡੀਸ਼ਨਲ ਕ੍ਰੋਪਸ ਦੇ ਨਾਲ ਸਰਵਾਈਵ ਨਹੀਂ ਕਰ ਸਕਦੇ। ਸੋ ਸਾਨੂੰ ਵੀ ਡਾਇਵਰਸੀਫਾਈ ਕਰਕੇ ਫਰੂਟਸ, ਐਗਜ਼ੋਟਿਕ ਫਰੂਟਸ ਜਾਂ ਵੈਜੀਟੇਬਲਸ ਜਾਂ ਹਰਬਸ, ਉਹਨਾਂ ਉਸ ਪਾਸੇ ਜਾਣਾ ਪੈਣਾ। ਸੋ ਇਹ ਸਮੇਂ ਦੀ ਲੋੜ ਹੈ, ਹਾਂਜੀ, ਹੈ ਨਾ। ਸੋ ਇਹ ਜਿਹੜਾ ਆਪਣਾ ਐਗਰੀਕਲਚਰ, ਇਹਦੇ 'ਤੇ ਬਹੁਤ ਕੰਮ ਹੋ ਸਕਦਾ, ਹਾਂਜੀ, ਹੈ ਨਾ। ਸੋ ਅਸੀਂ ਜਿਹੜਾ ਇੰਟਰਨੈਸ਼ਨਲ ਮਾਰਕੀਟ ਆ ਉਹਨੂੰ ਟੈਪ ਇਨ ਕਰੀਏ। ਇਨਫੈਕਟ ਸਾਡੇ ਜਿਹੜੇ ਪੰਜਾਬੀ ਵੀ ਬੈਠੇ ਆ, ਕੁਛ ਇਸ ਸੈਕਟਰ 'ਚ ਵੀ ਕੰਮ ਕਰ ਰਹੇ ਆ, ਜਿਵੇਂ ਸਾਡੇ ਢਿੱਲੋਂ ਫਾਰਮਸ ਨੇ ਜੀ, ਉਹ ਇੰਪੋਰਟ ਕਰਦੇ ਨੇ, ਉਹਨਾਂ ਨਾਲ ਲਿੰਕ ਅਪ ਕਰੋ UK ਦੇ ਵਿੱਚ, ਅਸੀਂ ਹੈਲਪ ਕਰਾਂਗੇ। ਹੋਰ ਇਵੇਂ ਸਾਡੀਆਂ ਇੰਡੀਅਨ ਕੰਪਨੀਜ਼ ਨੇ ਜਿਹੜੀਆਂ ਕਿ ਇੱਥੋਂ ਫੂਡ ਲੈ ਕੇ ਜਾਂਦੀਆਂ, ਚਾਹੇ ਉਹ ਰॉ ਮਟੀਰੀਅਲ ਆ ਜਾਂ ਆਪਣੇ ਮਸਾਲੇ ਆ, ਜਾਂ ਕਿ ਅੱਜ ਕੱਲ੍ਹ ਵੈਸੇ ਹੁਣ ਤਾਂ ਹਲਦੀਰਾਮ ਦੀਆਂ ਪ੍ਰੋਡਕਟਸ ਵੀ ਜਾਂਦੀਆਂ, ਅਤੇ ਪੰਜਾਬ ਦੇ ਵਿੱਚ ਈਵਨ ਫਰੋਜ਼ਨ ਸਵੀਟਸ ਵੀ ਜਾਣ ਲੱਗ ਪਈਆਂ ਜੀ, ਕਿ ਜਿਹੜੀਆਂ ਉਹ ਤਕਰੀਬਨ, ਕਿਉਂਕਿ ਜਿਹੜੀ ਕੁਇਕ ਫਰੀਜ਼ ਡਰਾਈਡ ਪ੍ਰੋਡਕਟ ਹੁੰਦੀ ਹੈ, ਉਹਨੂੰ ਮਤਲਬ ਉਹਦੀ ਜਿਹੜੀ ਕੁਆਲਿਟੀ ਹੈ ਪ੍ਰੀਜ਼ਰਵ ਹੋ ਜਾਂਦੀ ਆ। ਸੋ ਜਿਹੜਾ ਸਾਡਾ ਐਗਰੀਕਲਚਰ ਸੈਕਟਰ, ਇਹਦੇ ਵਿੱਚ ਹਿਊਜ ਸਕੋਪ ਆ। ਸਾਡੇ ਪੰਜਾਬ ਦਾ ਵੀ ਮੇਨ ਸੈਕਟਰ ਆ, ਪਰ ਅਸੀਂ ਚਾਹੁੰਦੇ ਹਾਂ ਕਿ ਕਿਸਾਨਾਂ ਨੂੰ ਫਾਇਦਾ ਹੋਵੇ। ਬਹੁਤੀ ਵਾਰੀ ਕੀ ਹੁੰਦਾ, ਜੋ ਵੀ ਅਸੀਂ ਸਕੀਮਾਂ ਲੈ ਕੇ ਆਉਂਦੇ ਹਾਂ, ਉਹਦਾ ਕਿਸਾਨ ਤੱਕ ਫਾਇਦਾ ਨਹੀਂ ਜਾਂਦਾ, ਹਾਂਜੀ, ਹੈ ਨਾ। ਸੋ ਇਸ ਕਰਕੇ ਸਰਕਾਰ ਨੂੰ ਇਹੋ ਜਿਹੀਆਂ ਸਕੀਮਾਂ, ਕਿਸਾਨਾਂ ਨੂੰ ਟ੍ਰੇਨਿੰਗ, ਵੱਡੀ ਗੱਲ ਆ ਕਿ ਮੇਰੇ ਖਿਆਲ ਨਾਲ ਕਿਸਾਨਾਂ ਨੂੰ ਨਾ ਆਪਾਂ ਨੂੰ ਮੋਟੀਵੇਟ ਕਰਨਾ ਚਾਹੀਦਾ, ਕਿਉਂਕਿ ਕੋਈ ਵੀ ਜਿਹੜਾ ਇਨਸਾਨ ਹੈ, ਚੇਂਜ ਜਿਹੜੀ ਹੈ ਨਾ, ਕਹਿੰਦੇ ਨਾ ਈਜ਼ੀ ਨਹੀਂ ਹੁੰਦੀ, ਅਤੇ ਉਹਨਾਂ ਨੂੰ ਡਿਫੀਕਲਟ ਲੱਗਦਾ ਵੀ ਆਹ ਤਾਂ ਸਾਡਾ ਸਿਸਟਮ ਚੱਲਦਾ, ਕਿਤੇ ਇੰਨਾ ਵੀ ਸਾਡਾ ਇਨਕਮ ਨਾ ਜਾਂਦੀ ਲੱਗੇ, ਕਿਉਂਕਿ ਕਈ ਵਾਰੀ ਘਾਟੇ ਵਾਧੇ ਜਿਹੜੀ ਐਗਰੀਕਲਚਰ ਪ੍ਰੋਡਿਊਸ ਹੈ। ਕੱਲ੍ਹ ਵੀ CM ਸਾਹਿਬ ਕਿ ਜਿਹੜਾ ਹੁਣ ਮੌਸਮ ਹੈ ਉਹਦੇ ਬਾਰੇ ਤਾਂ ਮੈਂ ਹੈਲਪ ਨਹੀਂ ਕਰ ਸਕਦਾ, ਵੀ ਕੁਝ ਚੀਜ਼ਾਂ ਬਾਰੇ ਤੁਸੀਂ ਜਿਹੜੀਆਂ ਉਹ ਪ੍ਰਮਾਤਮਾ ਦੇ ਮਤਲਬ ਕਿ ਉਹਨਾਂ ਦੀ ਮਰਜ਼ੀ, ਪ੍ਰਮਾਤਮਾ ਦੀ ਮਰਜ਼ੀ ਆ, ਪਰ ਜਿਹੜੀਆਂ ਅਸੀਂ ਕਰ ਸਕਦੇ ਹਾਂ ਉਹ ਤਾਂ ਕਰੀਏ ਨਾ। ਸੋ ਸਾਨੂੰ ਲੋੜ ਹੈ ਐਗਰੀਕਲਚਰ ਦੇ ਵਿੱਚ ਆਪਾਂ ਵੱਧ ਤੋਂ ਵੱਧ ਕਿਵੇਂ ਅਸੀਂ ਜਿਹੜੀ ਆਪਣੀ ਪ੍ਰੋਡਿਊਸ ਆ ਐਡਿਡ ਵੈਲਿਊ ਕਰਕੇ ਕਿਸਾਨਾਂ ਨੂੰ ਮੁੱਲ ਕਿਵੇਂ ਜ਼ਿਆਦਾ ਮਿਲੇ, ਉਹਦਾ ਤਾਂ ਮਾਰਕੀਟਿੰਗ ਜਿਹੜਾ ਹੈਗਾ। ਪਲੱਸ ਸਾਨੂੰ ਚਾਹੀਦੇ ਆ ਐਵਰੀ ਡਿਸਟ੍ਰਿਕਟ ਲੈਵਲ 'ਤੇ ਸਾਨੂੰ ਚਾਹੀਦੇ ਆ ਕੋਲਡ ਸਟੋਰੇਜ, ਤਾਂ ਕਿ ਜਿਹੜੇ ਕਿਸਾਨ ਆ ਬਹੁਤ ਨੋਮੀਨਲ ਜਿਹੇ ਪੈਸੇ ਦੇ ਕੇ ਆਪਣੀ ਫਸਲ ਨੂੰ ਸਟੋਰ ਕਰ ਲੈਣ, ਕਿਉਂਕਿ ਜਿਹੜਾ ਆੜ੍ਹਤੀ ਆ ਨਾ ਜੀ, ਉਹ ਬਹੁਤ ਪੈਸੇ ਬਣਾਉਂਦਾ, ਉਹਦਾ ਮਾਰਜਨ ਫਿਕਸ ਹੁੰਦਾ, ਠੀਕ ਆ, ਉਹਨੇ ਪੈਸੇ ਬਣਾਉਣੇ ਆ। ਜਦੋਂ ਮਹਿੰਗੀ ਕਰੋਪ ਉਦੋਂ ਵੀ ਜ਼ਿਆਦਾ ਬਣਾਉਣੇ ਆ, ਜਦੋਂ ਘੱਟ ਵੀ ਆ ਉਦੋਂ ਵੀ ਬਣਾਉਣੇ ਆ। ਪਰ ਜਿਹੜੇ ਕਿਸਾਨ ਆ ਉਹਨਾਂ ਨੂੰ ਥੋੜ੍ਹੀ ਜਿਹੀ ਮਦਦ ਕਰੀਏ, ਤਾਂ ਕਿ ਉਹਨਾਂ ਨੂੰ ਮੁੱਲ ਜਿਹੜਾ ਜ਼ਿਆਦਾ ਮਿਲੇ। ਜੇ ਉਹਨਾਂ ਨੂੰ ਜ਼ਿਆਦਾ ਮੁੱਲ ਮਿਲੇਗਾ, ਉਹਨਾਂ ਨੂੰ ਇਨਕਮ ਵਧੇਗੀ, ਤਾਂ ਫਿਰ ਉਸ ਪਾਸੇ ਜਾਣਗੇ। ਸੋ ਐਗਰੀਕਲਚਰ 'ਤੇ ਆਪਾਂ ਨੂੰ ਇਹ ਕਰਨ ਦੀ ਲੋੜ ਆ ਕਿ ਆਪਾਂ ਵੱਧ ਤੋਂ ਵੱਧ ਆਪਣਾ ਇੱਥੋਂ ਪ੍ਰੋਸੈਸ ਫੂਡ ਜਾਂ ਆਪਣਾ ਫਰੈਸ਼ ਵੈਜੀਟੇਬਲਸ ਪ੍ਰੋਡਿਊਸ ਬਾਹਰ ਭੇਜੀਏ। ਉਹਦੇ ਵਿੱਚ ਅਸੀਂ ਮਦਦ ਕਰਾਂਗੇ। UK, ਕੈਨੇਡਾ, ਆਪਣੇ ਪੰਜਾਬੀ ਸਾਰੇ ਜਗ੍ਹਾ ਸਾਡੇ ਜਿਹੜੇ ਹੈਗੇ, ਆਪਾਂ ਉਹਨਾਂ ਨਾਲ ਕੰਟੈਕਟ ਕਰੀਏ ਕਿ ਤੁਸੀਂ ਪੰਜਾਬ ਨੂੰ ਸਪੋਰਟ ਕਰੋ, ਪੰਜਾਬ ਨੂੰ। ਜੀ ਨਿੱਜਰ ਸਾਹਿਬ, ਰੀਸੈਂਟਲੀ ਜਿਹੜੇ NRI ਮੰਤਰਾਲਾ ਹੈਗਾ ਕੁਲਦੀਪ ਧਾਲੀਵਾਲ ਹੋਣਾ ਕੋਲੇ, ਉਹਨਾਂ ਨੇ ਸਾਫ਼ ਤੌਰ 'ਤੇ ਕਿਹਾ ਕਿ ਅਸੀਂ ਨਵੀਂ ਪਾਲਿਸੀ ਲੈ ਕੇ ਆ ਰਹੇ ਹਾਂ NRI ਭਾਈਚਾਰੇ ਦੇ ਲਈ। ਪਰ ਕਈ ਸਵਾਲ ਅਜਿਹੇ ਨੇ, ਜਿੰਨੀਆਂ NRIਆਂ ਸਭਾਵਾਂ ਨੇ, ਚਾਹੇ ਉਹਨਾਂ ਦੀ ਚੋਣ ਦੀ ਗੱਲ ਹੋਵੇ ਜਾਂ ਤਮਾਮ ਉਹਨਾਂ ਦੀ ਇੱਥੇ ਜ਼ਮੀਨਾਂ ਦੇ ਉੱਪਰ ਜਿਹੜੇ ਮਸਲੇ ਨੇ, ਕਾਨੂੰਨੀ ਤੌਰ 'ਤੇ ਕਾਫੀ ਦਿੱਕਤਾਂ ਦਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ। ਇਸ ਚੀਜ਼ ਨੂੰ ਲੈ ਕੇ ਕੀ ਤੁਹਾਡੀ ਕੋਈ ਗੱਲਬਾਤ ਹੋਈ ਹੈ ਕਿ ਉਸ ਪਾਲਿਸੀ ਦਾ
ਹਿੱਸਾ ਹੈਗੇ ਹੋ, ਕੁਝ ਐਡਵਾਈਜ਼ ਕਰ ਰਹੇ ਹੋ ਕਿ ਕੀ ਕੁਝ ਚੇਂਜਸ ਉਹਨਾਂ ਨੂੰ ਕਰਨੀਆਂ ਚਾਹੀਦੀਆਂ? ਬਿਲਕੁਲ ਮੇਰੀਆਂ 3 ਮੀਟਿੰਗਸ ਆਲਰੇਡੀ ਹੋ ਚੁੱਕੀਆਂ। ਇਨਫੈਕਟ ਪਿਛਲੇ ਹਫਤੇ ਇੱਕ ਫੇਰ ਮੀਟਿੰਗ ਹੋਈ ਆ ਧਾਲੀਵਾਲ ਸਾਹਿਬ ਨਾਲ, ਅਸੀਂ ਬਰੀਫਲੀ ਡਿਸਕਸ ਕੀਤਾ। ਜਿਹੜੀ NRI ਪਾਲਿਸੀ ਹਾਲੇ ਜਿਵੇਂ ਦੱਸਿਆ ਹਾਲੇ ਉਹਨੂੰ ਫਾਈਨਲਾਈਜ਼ ਨਹੀਂ ਕੀਤਾ ਗਿਆ, ਪਰ ਉਹਨਾਂ ਨੇ ਆਲਰੇਡੀ ਮੈਂਸ਼ਨ ਕੀਤਾ ਕਿ ਉਹਦੇ ਵਿੱਚ ਕਿਹੜੀ ਚੇਂਜਸ ਲੈ ਕੇ ਆ ਰਹੇ ਨੇ। ਅਤੇ ਜਿਵੇਂ ਤੁਹਾਨੂੰ ਦੱਸਿਆ ਕੋਰਟਸ ਦਾ ਵੀ ਜ਼ਿਕਰ ਕੀਤਾ, ਨੋਡਲ ਆਫਿਸਰਸ ਦਾ ਜ਼ਿਕਰ ਕੀਤਾ। ਜਿਹੜੀ NRI ਸਭਾ ਉਹਦੀ ਦੁਬਾਰਾ ਇਲੈਕਸ਼ਨ ਕਰਾ ਕੇ ਉਹ ਵੀ ਇਨਫੈਕਟ ਕਾਫੀ ਦੇਰ ਤੋਂ ਇੰਨੀ ਐਕਟਿਵਲੀ ਨਹੀਂ ਚੱਲ ਰਹੀ। ਜਿਵੇਂ ਕਹਿ ਲਓ ਇਲੈਕਸ਼ਨਾਂ ਨਹੀਂ ਹੋਈਆਂ, ਕੋਵਿਡ ਕਰਕੇ ਨਹੀਂ, ਕਈ ਫੈਕਟਰਸ ਆ ਗਏ ਆ, ਪਰ ਇਹ ਆ ਕਿ ਉਹ ਵੀ ਇੱਕ ਸਾਡੀ ਜਿਹੜੀ ਹੈਗੀ ਹੈ NGO ਹੀ ਹੈ ਜਿਹੜੀ ਕਿ ਮਦਦ ਕਰਦੀ ਹੈ NRIs ਦੀ। ਹਾਂਜੀ, ਪਰ ਇਨ ਐਡੀਸ਼ਨ ਜੋ ਗਵਰਨਮੈਂਟ ਕਰ ਸਕਦੀ ਆ, NRIs ਨੂੰ ਚਾਹੀਦੀ ਜੀ ਸੇਫਟੀ ਸਿਕਿਉਰਿਟੀ। ਉਹਨਾਂ ਦਾ ਜਿਹੜਾ ਇੰਟਰਸਟ ਆ, ਚਾਹੇ ਥੋੜ੍ਹਾ ਚਾਹੇ ਜ਼ਿਆਦਾ, ਫਿਰ ਵੀ ਉਹਨਾਂ ਦੇ ਜਿਹੜੇ ਇਹ ਜਿੱਦਾਂ ਕਹਿ ਲਓ ਵੀ ਪੈਰੈਂਟਲ ਪ੍ਰੋਪਰਟੀਜ਼ ਆ ਜਾਂ ਖਾਨਦਾਨੀ ਉਹਨਾਂ ਦੀ ਜਾਇਦਾਦ ਆ। ਅਤੇ ਬਹੁਤੇ ਝਗੜੇ ਜਿਹੜੇ ਨਾ ਸਾਡੇ NRIs ਦੇ ਕਈ ਵਾਰੀ ਪਰਿਵਾਰ ਕੀ ਹੁੰਦੇ ਆ ਜੀ, ਪਰਿਵਾਰ ਦੇ ਵਿੱਚ ਹੀ ਆਪਸ ਵਿੱਚ ਹੀ ਹੁੰਦੇ ਆ, ਜਾਂ ਫਿਰ ਹੁੰਦੇ ਆ ਜਿਹਨੂੰ ਤੁਸੀਂ ਰੈਂਟ 'ਤੇ ਜਾਂ ਹਾਲੇ 'ਤੇ ਜਾਂ ਕਿਰਾਏ 'ਤੇ ਕੋਈ ਚਾਹੇ ਕੋਠੀ ਚਾਹੇ ਤੁਸੀਂ ਆਪਣੀ ਖੇਤੀਬਾੜੀ ਦੀ ਜ਼ਮੀਨ ਦਿੰਦੇ ਆ, ਉਹਨਾਂ ਨਾਲ ਹੋ ਜਾਂਦਾ। ਬਹੁਤੇ ਤਾਂ ਕਬਜ਼ਿਆਂ ਦੇ ਚੱਕਰ ਆ ਜਾਂ ਜਿਹੜੇ ਡਾਕੂਮੈਂਟਸ ਆ ਉਹਨਾਂ ਨੂੰ ਅਲਟਰ ਕੀਤਾ ਜਾਂਦਾ। ਸੋ ਇਹੋ ਜਿਹਾ ਕੁਛ ਜਿਹੜਾ ਇਹਦੇ ਵਿੱਚ ਕੀ ਹੈ, ਆਪਣਾ ਸਿਸਟਮ ਹੀ ਆ ਜੀ। ਇਹਦੇ ਵਿੱਚ ਅਗਰ ਜੇ ਟਰਾਂਸਪੇਰੈਂਸੀ ਲੈ ਕੇ ਆਈਏ, ਡਿਜੀਟਾਈਜ਼ ਕਰੀਏ ਆਪਾਂ ਰੈਕੋਰਡ, ਪਲੱਸ ਉਸ ਚੀਜ਼ ਨੂੰ ਟੈਕਲ ਕਰੀਏ ਕਿ ਜਿਹੜੀ ਕਿਸੇ ਵੀ NRI ਦੀ ਜਿਹੜੀ ਪ੍ਰਾਪਰਟੀ, ਜਿਵੇਂ ਕੁਲਦੀਪ ਸਿੰਘ ਧਾਲੀਵਾਲ ਦਾ ਨੇ ਕਿਹਾ ਕਿ ਉਹਨਾਂ ਦੀ ਮਰਜ਼ੀ ਤੋਂ ਬਗੈਰ ਉਹ ਟਰਾਂਸਫਰ ਹੀ ਨਹੀਂ ਹੋਏਗੀ ਜਦ ਤੱਕ ਉਹ ਫਾਈਨਲੀ ਉਹਨਾਂ ਤੋਂ ਅਥਾਰਟੀ ਨਹੀਂ ਆਉਂਦੀ। ਸੋ ਇਸ ਕਰਕੇ ਜਿਹੜੀ ਉਹਨਾਂ ਦੀ ਜ਼ਮੀਨ ਵੀ ਹੈ NRIs ਦੀ, ਉਹਦੀ ਹੋਰ ਕੋਈ ਗਿਰਦਾਵਰੀ ਨਹੀਂ ਕਰਾ ਸਕੇਗਾ। ਹਾਂਜੀ, ਸੋ ਕੁਛ ਇੱਕ ਸਿਸਟਮ ਆਪਾਂ ਉਹਨੂੰ ਟਰਾਂਸਪੇਰੈਂਟ ਬਣਾ ਸਕਦੇ ਹਾਂ। ਸੈਕੰਡਲੀ ਹੈ ਕਿ ਵੱਡੀ ਪ੍ਰੋਬਲਮ ਆ ਰਹੀ ਹੈ ਕਿ ਜਿਹੜੀ ਸਾਡੀ ਜਨਰੇਸ਼ਨ ਉੱਥੇ ਉਹ ਓਲਡ ਏਜ ਜਾ ਰਹੀ ਆ, ਉਹ ਹੁਣ ਆ ਵੀ ਨਹੀਂ ਸਕਦੇ। ਉਹਨਾਂ ਦੇ ਜਿਹੜੇ ਬੱਚੇ ਆ ਉਹਨਾਂ ਨੂੰ ਪਤਾ ਨਹੀਂ ਹੈ ਕਿ ਹਾਂ ਸਾਡਾ ਇੱਥੇ ਕੀ ਇੰਟਰਸਟ ਆ, ਕਿਵੇਂ ਇਹਨੂੰ ਜਾਂ ਇਹਨੂੰ ਰਨ ਕਰਨਾ, ਕਿਵੇਂ ਇਹਦੀ ਇਨਕਮ ਲੈਣੀ ਆ। ਉਹਨਾਂ ਕੋਲ ਟਾਈਮ ਵੀ ਹੈ ਨਹੀਂ, ਕਈ ਵਾਰੀ ਇਨਕਮ ਵੀ ਇੰਨੀ ਹੁੰਦੀ ਨਹੀਂ ਕਿ ਉਹਨਾਂ ਨੂੰ ਇਸ ਚੀਜ਼ ਬਾਰੇ ਉਹ ਸੋਚਣ, ਅਤੇ ਉਹ ਇਹੀ ਸੋਚਦੇ ਆ ਵੀ ਜਦ ਵੀ ਕਦੇ ਟਾਈਮ ਆਇਆ ਅਤੇ ਅਸੀਂ ਇਸ ਚੀਜ਼ ਨੂੰ ਵੇਚ ਕੇ ਜਾਂ ਵੱਟ ਕੇ ਜੋ ਵੀ ਅਸੀਂ ਕਰਨਾ ਹੋਇਆ। ਕਿਉਂਕਿ ਉਹਨਾਂ ਦੇ ਵਿੱਚੋਂ ਜੇ ਆਪਾਂ ਕਹੀਏ ਜੀ NRI ਬੱਚਿਆਂ ਦੀ ਜਿਹੜੀ ਨੈਕਸਟ ਜਨਰੇਸ਼ਨ ਆ ਬਹੁਤ ਘੱਟ ਹੋਣਗੇ, ਆਪਾਂ ਐਵੇਂ ਨਹੀਂ ਗੱਲ ਕਰ ਸਕਦੇ। ਕੁਛ ਆਉਂਦੇ ਨੇ ਜਿਹੜੇ ਪੇਰੈਂਟਸ ਨੇ ਲਿੰਕ ਰੱਖਿਆ ਅਤੇ ਜਾਂ ਉਹਨਾਂ ਨੂੰ ਲੈ ਕੇ ਆਉਂਦੇ ਰਹੇ, ਉਹਨਾਂ ਨੂੰ ਇੰਟਰਸਟ ਆ। ਪਰ ਅਸੀਂ ਇਹ ਵੀ ਚਾਹੁੰਦੇ ਹਾਂ, ਸਰਕਾਰ ਦੀ ਇਹ ਵੀ ਪੋਲਿਸੀ ਆ ਕਿ ਜਿਹੜੇ ਸਾਡੀ ਨੈਕਸਟ ਜਨਰੇਸ਼ਨ ਆ ਉਹਨੂੰ ਕਨੈਕਟ ਕੀਤਾ ਜਾਵੇ ਵਿਦ ਦੇਅਰ ਰੂਟਸ, ਉਹਨਾਂ ਨੂੰ ਦੱਸਿਆ ਜਾਵੇ। ਅਤੇ ਅਸੀਂ ਜਿਹੜਾ ਟੂਰਿਜ਼ਮ ਉਹ ਵੀ ਕਿਵੇਂ ਵਧਾ ਸਕਦੇ ਹਾਂ, ਉਹਦੇ 'ਤੇ ਵੀ ਆਪਾਂ ਗੱਲ ਕਰਾਂਗੇ। ਉਹ ਤੋਂ ਪਹਿਲਾਂ ਮੈਂ ਹੈਲਥ ਬਾਰੇ, ਜਿਹੜੀ ਸਾਡੀ ਆ ਸਰਕਾਰ ਆ ਜੀ, ਇਹਨਾਂ ਦਾ ਮੇਨ ਏਜੰਡੇ ਦਿੱਲੀ 'ਚ ਵੀ ਤੇ ਐਜੂਕੇਸ਼ਨ ਅਤੇ ਹੈਲਥ, ਦੋ ਚੀਜ਼ਾਂ ਨੂੰ ਲੈ ਕੇ ਇਹਨਾਂ ਨੇ ਬਹੁਤ ਵਧੀਆ ਕੰਮ ਕੀਤਾ ਔਰ ਕਰ ਰਹੇ ਆ, ਬੜੇ ਅੱਛੇ ਪਲਾਨਸ ਆ। ਜਿਹੜੀ ਹੈਲਥ ਆ, ਆਪਾਂ ਨੇ ਵੇਖਿਆ ਪਿਛਲੇ ਹਫ਼ਤੇ ਹੀ ਮੋਦੀ ਸਾਹਿਬ ਨੇ ਟਾਟਾ ਕੈਂਸਰ ਜਿਹੜਾ ਹੈ ਉਹਦਾ ਇਨੋਗ੍ਰੇਸ਼ਨ ਕੀਤਾ ਆ, ਬੜੀ ਵਧੀਆ ਗੱਲ ਆ। ਪਰ ਉਹ ਇੱਕ 660 ਕਰੋੜ ਦਾ ਇੱਕ ਹੌਸਪੀਟਲ ਆ, 300-400 ਬੈੱਡ ਦਾ ਜੋ ਵੀ ਹੈ ਫੈਸਿਲਿਟੀ, ਬਹੁਤ ਵਧੀਆ ਗੱਲ ਆ, ਵੈਰੀ ਗੁੱਡ ਫॉर ਪੰਜਾਬ। ਇਹ ਚੀਜ਼ ਚਾਹੀਦੀ ਸੀ ਕਿ ਕੈਂਸਰ ਹੈ ਬਹੁਤ, ਉਹ ਵੀ ਆਪਾਂ ਨੂੰ ਪਤਾ ਕਿ ਉਹਦਾ ਰੂਟ ਕਾਜ਼ ਕੀ ਆ, ਚਾਹੇ ਬਠਿੰਡਾ ਮਾਨਸਾ ਚੱਲ ਜਾਈਏ। ਪਰ ਅਸੀਂ ਕੀ ਕਹਿ ਰਹੇ, ਮੈਂ ਤੁਹਾਨੂੰ ਇੱਕ ਸਿੰਪਲ ਜੀ ਗੱਲ ਕਹਿਣੀ ਚਾਹੁੰਦਾ ਜੀ। ਮੈਂ ਅੱਗੇ ਵੀ ਕਹੀ ਸਰਕਾਰ ਦੇ ਨਾਲ ਅੱਗੇ ਵੀ ਸਾਨੂੰ ਇੰਨੀ ਕਾਮਯਾਬੀ ਨਹੀਂ ਮਿਲੀ। ਮੈਂ ਇੱਕ ਮੈਡੀਕਲ ਸਿਟੀ ਦੀ ਪ੍ਰਪੋਜ਼ਲ ਦਿੱਤੀ ਸੀ ਜੀ, ਦੇਖੋ ਉਹਦੇ 'ਤੇ ਘੱਟੋ ਘੱਟ 3 ਮਹੀਨੇ ਕੰਮ ਕੀਤਾ, ਉਹਦਾ ਇੰਗਲੈਂਡ ਦੇ ਨਾਲ ਲਿੰਕ ਕੀਤਾ। ਹਾਂਜੀ, ਹੈ ਨਾ, ਇੱਕ ਸਪੈਸ਼ਲ ਫਾਈਨੈਂਸ ਸਕੀਮ ਨਾਲ। ਮੈਂ ਸਿੰਪਲ ਲਫ਼ਜ਼ਾਂ 'ਚ ਕਹਿਣਾ ਕਿ ਅਸੀਂ UK ਤੋਂ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਨੂੰ 85% ਫੰਡਸ ਕਿਸੇ ਵੀ ਐਜੂਕੇਸ਼ਨ ਵਾਸਤੇ, ਟ੍ਰੇਨਿੰਗ ਵਾਸਤੇ, ਹੈਲਥ ਵਿੱਚ ਖਾਸ ਕਰ ਹੈਲਥ ਦੀ ਗੱਲ ਕਰ ਰਹੇ ਹਾਂ ਕਿ ਇੱਕ ਕੰਪਲੀਟ ਮੈਡੀਕਲ ਸਿਟੀ, ਮੈਡੀਕਲ ਕਾਲਜ, ਨਰਸਿੰਗ ਕਾਲਜ, ਡੈਂਟਲ ਕਾਲਜ, ਈਵਨ ਆਯੁਰਵੈਦਿਕ ਕਾਲਜ, ਮੈਡੀਟੇਸ਼ਨ, ਨੈਚੁਰਲ ਕੇਅਰ, ਸੋ ਸਾਰੇ ਜਿਹੜੇ ਪਲੱਸ PGI ਟਾਈਪ, PGI ਤੋਂ ਬਾਅਦ ਕੋਈ ਆਪਣੇ ਰਿਸਰਚ ਸੈਂਟਰ ਨਹੀਂ ਬਣਿਆ। ਕੱਲ੍ਹ ਵੀ ਗੱਲ ਚੱਲ ਰਹੀ ਸੀ ਕਿ ਬਣਨਾ ਚਾਹੀਦਾ, ਉਹ ਵੀ ਇੱਕ ਰਿਸਰਚ ਐਂਡ ਡਿਵੈਲਪਮੈਂਟ ਇੱਕ ਇੰਸਟੀਚਿਊਟ ਹੋ ਸਕਦਾ। ਉਹ ਕੰਪਲੀਟ 400 ਏਕੜ ਸਰਕਾਰ ਵੱਲੋਂ ਸਿਰਫ ਸਾਨੂੰ 15% ਕੰਟਰੀਬਿਊਸ਼ਨ ਚਾਹੀਦੀ ਹੈ ਅਤੇ ਲੈਂਡ ਚਾਹੀਦੀ ਆ। 85% ਆ ਜਾਏਗਾ UK ਤੋਂ। ਹਾਂਜੀ, ਆਏਗਾ ਵੀ ਗਵਰਨਮੈਂਟ ਦੇ ਵੱਲੋਂ ਉਹਨਾਂ ਦੀ ਸਕੀਮ ਦੇ ਹਿਸਾਬ ਨਾਲ। ਸਾਡੇ ਲਿੰਕ ਨੇ, ਆਪਣੇ ਕਲੀਗਸ ਕੰਮ ਕਰਦੇ ਨੇ, ਆਪਾਂ ਡੈਲੀਗੇਸ਼ਨ ਲੈ ਕੇ ਆਵਾਂਗੇ, ਉਹ ਸਾਰਾ ਹੀ ਐਕਸਪਲੇਨ, ਦਿੱਲੀ ਤੋਂ ਫੀਜ਼ੀਬਿਲਿਟੀ ਸਟੱਡੀ ਹੋ ਜਾਏਗੀ। ਵੀ ਕੈਨ ਡੂ ਦੈਟ। ਕੋਈ ਇਹ ਪੋਲਿਸੀ ਤੁਸੀਂ ਸ਼ੇਅਰ ਕੀਤੀ ਹੈ? ਬਿਲਕੁਲ, ਮੈਂ ਹੁਣ ਦੁਬਾਰਾ ਸ਼ੇਅਰ ਕਰਾਂਗਾ। ਪਹਿਲਾਂ ਮੈਂ ਹਾਰਡ ਬਾਈਟ ਕਾਪੀਜ਼ ਵੀ ਦਿੱਤੀਆਂ ਸੀਗੀਆਂ ਸਾਰੇ ਡਿਪਾਰਟਮੈਂਟਸ ਨੂੰ ਅਤੇ CM ਸਾਹਿਬ ਨੂੰ ਵੀ, ਅਤੇ ਆਪਣੇ ਹੁਣ ਦੁਬਾਰਾ ਫਿਰ ਅਸੀਂ ਇਸ ਚੀਜ਼ ਨੂੰ ਅੱਗੇ ਲੈ ਕੇ ਜਾਵਾਂਗੇ। ਅਸੀਂ ਡੈਲੀਗੇਸ਼ਨ ਲੈ ਕੇ ਆਵਾਂਗੇ ਸੇ ਪੂਰੀ, ਪਹਿਲਾਂ ਸਟਾਰਟ ਕਰਕੇ ਫਿਰ ਉਸ ਤੋਂ ਬਾਅਦ ਇਸ ਚੀਜ਼ ਨੂੰ ਵੀ ਪ੍ਰੋਗਰੈਸ ਔਨ ਦੈਟ। ਹਾਂਜੀ, ਕਿਉਂਕਿ ਸਾਨੂੰ ਲੋੜ ਆ, ਕੋਵਿਡ ਦੇ ਨਾਲ ਆਪਾਂ ਨੂੰ ਲੋੜ ਹੈ ਕਿ ਆਪਾਂ ਜਿਹੜਾ ਹੈਲਥ ਸੈਕਟਰ ਹੈ ਇਹਦੇ ਵਿੱਚ ਵੱਧ ਤੋਂ ਵੱਧ ਆਪਾਂ ਪਬਲਿਕ ਨੂੰ
ਜਿਹੜਾ ਹੈ ਉਹਨਾਂ ਨੂੰ ਇੱਕ ਕਿਸਮ ਦੀ ਡਿਸਕਾਊਂਟਡ ਫੈਸਿਲਿਟੀ, ਕਿਉਂਕਿ ਅਫੋਰਡ ਨਹੀਂ ਕਰ ਪਾਉਂਦੇ। ਹੁਣ ਆਪਣੇ ਕੋਲ ਹੈਗੇ ਫੋਰਟਿਸ ਹੈ, ਅਪੋਲੋ ਹਸਪੀਟਲ ਆ, ਪਰ ਮਹਿੰਗੇ ਨੇ, ਆਪਾਂ ਨੂੰ ਪਤਾ ਬਹੁਤ ਮਹਿੰਗੇ ਨੇ। ਆਮ ਆਦਮੀ ਦੀ ਉਹ ਤਾਂ ਉਹੀ ਸਿਵਲ ਹਸਪੀਟਲ, ਉਹਨਾਂ ਨੂੰ ਵੀ ਅਪਗ੍ਰੇਡ ਕਰੀਏ, ਆਪਾਂ ਉਹਨਾਂ ਨੂੰ ਵੀ ਮਾਡਰਨਾਈਜ਼ ਕਰੀਏ, ਤਾਂ ਕਿ ਜਿਵੇਂ ਮੈਨੂੰ ਪਤਾ ਜੀ ਸਾਡੇ ਪੰਜਾਬ ਦੇ ਵਿੱਚ ਪ੍ਰਾਈਵੇਟ ਪ੍ਰੈਕਟਿਸ ਬਹੁਤ ਆ। ਜਲੰਧਰ ਵਿੱਚ ਆਈ ਥਿੰਕ ਐਸਾ ਸ਼ਹਿਰ ਆ ਦੁਨੀਆ ਦੇ ਸਭ ਤੋਂ ਇੱਕ ਇਹੋ ਜਿਹਾ ਸ਼ਹਿਰ ਹੈ, ਸਭ ਤੋਂ ਜ਼ਿਆਦਾ ਡਾਕਟਰ ਨੇ ਉੱਥੇ ਔਰ ਹਸਪੀਟਲ ਨੇ, ਰਾਈਟ। ਪਰ ਅਸੀਂ ਚਾਹੁੰਦੇ ਹਾਂ ਕਿ ਸਿਸਟਮੈਟਿਕਲ ਸਟੇਟ ਵੀ ਓਨ ਕਰੇ ਆਪਣੇ ਇੱਕ, ਜਿਹਦੇ ਨਾਲ ਮੈਡੀਕਲ ਟੂਰਿਜ਼ਮ ਵਧੇ। ਜਿਵੇਂ ਅੰਮ੍ਰਿਤਸਰ ਦੇ ਵਿੱਚ ਆਪਾਂ ਵਧੀਆ ਹਸਪੀਟਲ, ਉੱਥੇ ਵੱਡਾ ਐਡੇ ਲੈਵਲ ਦਾ ਨਹੀਂ ਹੈ, ਉੱਥੇ ਵੀ ਬਣ ਸਕਦਾ, ਚੰਡੀਗੜ੍ਹ 'ਚ ਬਣ ਸਕਦਾ, ਕਿ ਅਸੀਂ ਇੱਕ ਮੈਡੀਕਲ ਸਿਟੀ ਹੀ ਬਣਾ ਦਈਏ ਜਿਹਦੇ ਵਿੱਚ ਫਿਰ ਉਹ ਇੱਕ ਸ਼ਹਿਰ ਹੀ ਵਸ ਜਾਏਗਾ ਨਾ। ਸੋ ਉਹਦੇ ਵਿੱਚ ਤਾਂ ਇਹ ਹੈ ਕਿ ਸਰਕਾਰ ਨੂੰ ਸਿਰਫ ਇਹ ਹੈ ਕਿ ਇਨੀਸ਼ੀਏਟਿਵ ਲੈਣ ਦੀ ਲੋੜ ਆ, ਅਤੇ ਬਾਕੀ ਸਾਰਾ ਕੰਮ ਅਸੀਂ ਬੈਠੇ ਹਾਂ ਉੱਥੇ। ਜਿਹੜੇ ਸਾਡੇ ਆਰਗੇਨਾਈਜੇਸ਼ਨ, ਈਵਨ ਆਈ ਹੈਡ ਮੀਟਿੰਗ ਜਿਹੜੀ ਸਾਡੀ ਫੋਰਨ ਐਂਡ ਕਾਮਨਵੈਲਥ ਆਫਿਸ ਹੈ, ਬ੍ਰਿਟਿਸ਼ ਐਮਬੈਸੀ ਆ, ਉਹਦੇ ਵਿੱਚ ਵੀ ਜਿਹੜਾ ਸਾਡਾ ਇੰਟਰਨੈਸ਼ਨਲ ਹੈ ਬਾਇਲੇਟਰਲ ਰਿਲੇਸ਼ਨ, ਉਹਨਾਂ ਨਾਲ ਵੀ ਮੇਰੀ ਉੱਥੇ ਮੀਟਿੰਗ ਹੋਈ। ਉਹ ਕਹਿੰਦੇ ਕਿ ਵੀ ਆਰ ਵੈਰੀ ਕੀਨ ਕਿ ਇੰਡੀਅਨ ਕੰਪਨੀਜ਼ ਨਾਲ ਵੀ ਅਸੀਂ ਲਿੰਕ ਕੰਮ ਕਰਦੇ, ਡੈਲੀਗੇਸ਼ਨ ਲੈ ਕੇ ਜਾਂਦੇ। ਅੱਜ ਕੱਲ੍ਹ ਦੁਨੀਆ ਗਲੋਬਲ, ਪਰ ਅਸੀਂ ਯੂਕੇ ਕੰਪਨੀਜ਼ ਵੀ ਚਾਹੁੰਦੇ ਇੱਥੇ ਆ ਕੇ ਸਾਡੇ ਪੰਜਾਬ 'ਚ ਇਨਵੈਸਟ ਕਰਨ। ਇਨਫੈਕਟ ਸੋ ਇਹ ਵੀ ਸਾਡਾ ਹੈ ਕਿ ਅਸੀਂ ਜਿਹੜਾ ਬਾਹਰ ਤੋਂ ਕੰਪਨੀਜ਼ ਆਉਣ ਅਤੇ ਪੰਜਾਬ ਦੇ ਵਿੱਚ ਇੰਡਸਟਰੀ ਲੱਗੇ, ਚਾਹੇ ਉਹ ਹੈਲਥ ਦੇ ਵਿੱਚ ਆ, ਦੇ ਵੈਰੀ ਕੀਨ। ਮੇਰੀ ਮੀਟਿੰਗ ਸੀਗੀ ਸਾਡੇ ਡੈਪਟੀ ਕੌਂਸਲ ਕੈਰੋਲਾਈਨ ਰੈਵਿਟ, ਚੰਡੀਗੜ੍ਹ ਦੇ ਵਿੱਚ ਨੇ, ਬ੍ਰਿਟਿਸ਼ ਐਮਬੈਸੀ ਦੇ। ਉਹਨਾਂ ਨੇ ਬੜਿਆ ਜਿਹੜਾ ਮੇਰਾ ਕੰਮ ਵੀ ਪਸੰਦ ਕੀਤਾ। ਉਹਨਾਂ ਨੇ ਕਿਹਾ ਕਿ ਯੂਕੇ ਇਜ਼ ਕੀਨ ਟੂ ਵਰਕ ਔਨ ਐਗਰੀ ਬਿਜ਼ਨਸ, ਐਗਰੋ ਟੈਕਨੋਲੋਜੀ ਇਸ ਵੱਲ, ਕਿ ਅਸੀਂ ਚਾਹੁੰਦੇ ਹਾਂ ਕਿ ਅਸੀਂ ਯੂਕੇ ਅਤੇ ਪੰਜਾਬ ਦੇ ਨਾਲ ਇਹਦੇ ਵਿੱਚ ਅਸੀਂ ਇਸ ਚੀਜ਼ ਨੂੰ ਅੱਗੇ ਲੈ ਕੇ ਜਾਈਏ, ਸਾਡਾ ਕੋਲੈਬੋਰੇਸ਼ਨ ਹੋਵੇ। ਸੋ ਉਹਨਾਂ ਦੇ ਇੰਸਟੀਚਿਊਟ ਨਾਲ ਵੀ ਅਸੀਂ ਕੋਲੈਬੋਰੇਟ ਕਰ ਸਕਦੇ, PAU ਨੂੰ। ਸੋ ਇਸ ਤਰ੍ਹਾਂ ਆਪਾਂ ਐਗਰੀਕਲਚਰ ਦੇ ਨਾਲ ਹੈਲਥ ਤੇ ਜਿਹੜਾ ਹੈਲਥ ਤੇ ਵੀ ਆਪਾਂ ਕੋਲੈਬੋਰੇਸ਼ਨ ਕਰ ਸਕਦੇ ਹਾਂ। ਜਿਹੜਾ ਸਾਡਾ G2G ਮੈਂ ਗੱਲ ਕੀਤੀ ਸੀ, ਉਹ ਕਹਿੰਦੇ ਜਿਹੜਾ NHS ਦਾ ਮਾਡਲ ਹੈ ਜਾਂ ਅਸੀਂ ਉਹ ਜਿਹੜਾ ਹੈਗਾ ਗਵਰਨਮੈਂਟ ਟੂ ਗਵਰਨਮੈਂਟ ਆ, ਪਰ ਉਹ ਕਹਿੰਦੇ ਕਿ ਅਸੀਂ B2B ਵੀ ਕਰਾਂਗੇ ਕੋਲੈਬੋਰੇਸ਼ਨ। ਅਸੀਂ ਚਾਹੁੰਦੇ ਪੀਪਲ ਟੂ ਪੀਪਲ ਵੀ ਹੋਵੇ, ਜਿਵੇਂ ਹੁਣ ਫੋਰ ਐਗਜ਼ਾਮਪਲ ਆ ਸਾਡਾ ਪੰਜਾਬ ਆ, ਅਸੀਂ ਅੱਧੇ ਪੰਜਾਬੀ ਬਾਹਰ ਆ, ਅੱਧਾ ਪੰਜਾਬ ਸਾਡਾ ਇੱਥੇ ਆ। ਮੈਂ ਤਾਂ ਕਹਿੰਦਾ ਸਾਡੀ ਪੀਪਲ ਟੂ ਪੀਪਲ ਵੈਸੇ ਹੀ ਸਾਡੀ ਇੰਟਰੈਕਸ਼ਨ ਹੋ ਸਕਦੀ ਹੈ ਜੇ ਅਸੀਂ ਆਪਣੀ ਜਿਹੜੀ ਨੈਕਸਟ ਜਨਰੇਸ਼ਨ ਉਹਨੂੰ ਜੋੜਾਂਗੇ। ਜਿਵੇਂ ਸਾਡਾ ਸਾਰਾ ਹੀ ਪੰਜਾਬ ਇਸ ਵੇਲੇ ਆਈਲੈਟਸ 'ਤੇ ਲੱਗਾ ਹੋਇਆ, ਉਹ ਸਾਨੂੰ ਆਈਲੈਟਸ ਦੀ ਲੋੜ ਨਹੀਂ। ਤੁਸੀਂ ਪੰਜਾਬੀ ਬੱਚਿਆਂ ਨੂੰ ਇੱਧਰ ਸੱਦ ਲਓ, ਉਹਨਾਂ ਨੂੰ ਪੰਜਾਬੀ ਸਿਖਾ ਦਿਓ, ਉਹਨਾਂ ਤੋਂ ਅੰਗਰੇਜ਼ੀ ਸਿੱਖ ਲਓ, ਰਾਈਟ। ਸਾਡੇ ਵਰਗੇ ਇਨਸਾਨ ਵੀ ਆ, ਅਸੀਂ ਚਲੋ ਮੈਂ ਪੰਜਾਬੀ 'ਚ ਗੱਲ ਕਰ ਰਿਹਾ, ਹੁਣ ਇੰਨੇ ਸਾਲ ਰਹੇ ਹਾਂ, ਅੰਗਰੇਜ਼ੀ ਆਪਣੇ ਆਪ ਹੀ ਨਿਕਲਦੀ ਹੈ ਮੂੰਹ ਦੇ ਵਿੱਚੋਂ, ਹੈ ਨਾ, ਰੋਕਣਾ ਪੈਂਦਾ ਆਪਣੇ ਆਪ ਨੂੰ। ਪਰ ਅਸੀਂ ਆਈ ਕੈਨ ਟੀਚ, ਆਈ ਗਿਵ ਸੈਮੀਨਾਰਸ ਐਟ ਯੂਨੀਵਰਸਿਟੀ ਲੈਵਲ, ਅਸੀਂ ਕੈਰੀਅਰ ਕਾਉਂਸਲਿੰਗ। ਪਰ ਸਾਨੂੰ ਬੜੇ ਮੁੱਦੇ ਆ ਜੀ ਜਿਨ੍ਹਾਂ 'ਤੇ ਅਸੀਂ ਕੰਮ ਕਰਨਾ, ਅਤੇ ਮੀਟਿੰਗਸ ਹੋਣੀਆਂ CM ਸਾਹਿਬ ਨਾਲ ਵੀ ਅਤੇ ਹੋਰ ਡਿਪਾਰਟਮੈਂਟ ਨਾਲ, ਮਿਨਿਸਟਰ ਨਾਲ ਵੀ। ਐਂਟਰਪ੍ਰੈਨਿਓਰਸ਼ਿਪ ਇਜ਼ ਅਲਟਰਨੇਟਿਵ ਟੂ ਐਮਪਲੋਇਮੈਂਟ, ਕਿ ਅਸੀਂ ਕਹਿੰਦੇ ਜੀ ਨੌਕਰੀਆਂ ਦੇ ਨਾਲ ਕੋਈ ਵੀ ਸਰਕਾਰ ਆ ਸਾਰੇ 100% ਨੌਕਰੀਆਂ ਨਹੀਂ ਦੇ ਸਕਦੇ, ਪਰ ਸਾਨੂੰ ਸਟਾਰਟ ਕਰਨਾ ਚਾਹੀਦਾ। ਅਸੀਂ ਕੀ ਉਹ ਪ੍ਰੋਡਿਊਸ ਕਰੀਏ ਐਂਟਰਪ੍ਰੈਨਿਓਰ ਯੰਗ ਜਿਹੜੇ ਨੌਕਰੀਆਂ ਦੇਣ। ਜਿਵੇਂ ਕਿ ਸਾਡੇ ਤੁਸੀਂ ਪਹਿਲਾਂ ਵੀ ਆਪਾਂ ਗੱਲਬਾਤ ਕੀਤੀ ਆ, ਇਸ ਇਵੈਂਟ 'ਤੇ ਵੀ ਹੋਏ, ਮਨਦੀਪ ਕੌਰ ਟਾਂਗਰਾ, ਮਾਈ ਵੈਰੀ ਕਲੋਜ਼ ਐਸੋਸੀਏਟ, ਆਮ ਵਰਕਿੰਗ ਵਿਦ। ਕੱਲ੍ਹ ਵੀ ਉਹਨਾਂ ਦਾ ਜ਼ਿਕਰ ਹੋਇਆ ਵੀ ਉਹਨਾਂ ਨੇ ਪਿੰਡ 'ਚੋਂ ਸ਼ੁਰੂ ਕਰਕੇ ਹੁਣ ਇੱਕ ਅਗਲਾ ਪ੍ਰੋਜੈਕਟ ਵੀ ਅਗਲੇ ਪਿੰਡ 'ਚ ਲਾਇਆ, ਤੇ ਪਿੰਡ ਦੇ ਜਵਾਕਾਂ ਨੂੰ ਨੌਕਰੀਆਂ। ਬਿਲਕੁਲ, ਉਹਨਾਂ ਦਾ ਜਿਹੜਾ ਰੂਰਲ ਮਾਡਲ ਬੜਾ ਪ੍ਰੇਜ਼ ਕੀਤਾ ਗਿਆ। ਸਿਸੋਦੀਆ ਜੀ ਸਾਡੇ ਆਨਰੇਬਲ ਡਿਪਟੀ CMs ਦਿੱਲੀ ਤੋਂ ਆਏ ਸੀਗੇ, ਫਿਰ ਪੰਜਾਬ ਸਰਕਾਰ ਵੀ, ਧਾਲੀਵਾਲ ਸਾਹਿਬ ਵੀ ਵਿਜ਼ਿਟ ਕਰਕੇ ਆਏ, CM ਸਾਹਿਬ ਨੂੰ ਵੀ ਪੂਰਾ ਉਹਨਾਂ ਬਾਰੇ ਹੈ ਕਿ ਉਹਨਾਂ ਨੇ ਵੇਖੋ ਕਿੰਨੀ ਮਿਹਨਤ ਕੀਤੀ ਆ, ਸਿੰਪਲ ਬੈਕਗਰਾਊਂਡ ਤੋਂ ਲੈ ਕੇ ਇੱਕ ਬਹੁਤ ਵੱਡਾ ਅਦਾਰਾ, ਇੱਕ IT ਮਤਲਬ ਕਿ ਬਹੁਤ ਵੱਡੀ ਕੰਪਨੀ ਉਹਨਾਂ ਨੇ ਇਸਟੈਬਲਿਸ਼ ਕੀਤੀ ਆ। ਅਤੇ ਜਦੋਂ ਉਹਨਾਂ ਦਾ ਮੇਰੇ ਕੰਮ 'ਚ ਵੀ ਬੜਾ ਰੋਲ ਹੈ ਜੀ, ਉਹਨਾਂ ਨੇ ਇੰਸਪਾਇਰ ਕੀਤਾ। ਇਨਫੈਕਟ ਮੈਨੂੰ ਇਹ ਕਹਿੰਦੇ ਬਹੁਤ ਖੁਸ਼ੀ ਮਹਿਸੂਸ ਹੁੰਦੀ ਆ। ਉਹਨਾਂ ਨੇ ਕਿਹਾ ਕਿ ਨਿੱਜਰ ਸਾਹਿਬ, ਤੁਸੀਂ ਤਾਂ ਆਪਣੀ ਜ਼ਿੰਦਗੀ 'ਚ ਸੈੱਟ ਹੋ ਚੁੱਕੇ ਹੋ, ਤੁਹਾਡੀ ਫੈਮਿਲੀ ਸੈੱਟ ਹੈ, ਤੁਹਾਡਾ ਕੰਮਕਾਰ ਸੈੱਟ ਆ, ਬਹੁਤ ਪੜ੍ਹੇ ਲਿਖੇ ਹੋ, ਤੁਹਾਡਾ ਤਜਰਬਾ ਬਹੁਤ ਹੈ, ਤੁਸੀਂ ਪੰਜਾਬ 'ਚ ਰਹਿ ਕੇ ਕੰਮ ਕਿਉਂ ਨਹੀਂ ਕਰਦੇ? ਮੈਂ ਉਹਨਾਂ ਨੂੰ ਕਿਹਾ ਜੀ ਕਿ ਮੈਂ ਤਾਂ ਆ ਜਾ ਸਕਦਾ ਥੋੜ੍ਹੀ ਦੇਰ ਲਈ, ਮੇਰਾ ਫਿਰ ਵੀ ਉੱਥੇ ਇੰਟਰਸਟ ਆ, ਮੇਰਾ ਪਰਿਵਾਰ ਆ। ਕਹਿੰਦੇ ਦੇਖੋ ਤੁਸੀਂ ਆਪਣੀ ਜ਼ਿੰਮੇਵਾਰੀ, ਪਰ ਹੁਣ ਤੁਹਾਡੀ ਜ਼ਿੰਮੇਵਾਰੀ ਪੰਜਾਬ ਦੇ ਪ੍ਰਤੀ ਆ। ਉਹਨਾਂ ਨੇ ਮੈਨੂੰ ਇੰਸਪਾਇਰ ਕੀਤਾ। ਉਹ 2 ਸਾਲ ਹੋ ਗਿਆ, ਦੇਖੋ ਜੀ, ਕੰਟੀਨਿਊਸਲੀ ਆਮ ਹੇਅਰ, ਤੁਸੀਂ ਆਪਾਂ ਮਿਲਦੇ ਰਹੇ ਪੰਜਾਬ ਦੇ ਵਿੱਚ ਰਹਿ ਕੇ ਕੰਮ ਕਰ ਰਹੇ ਹਾਂ। ਸੋ ਮੈਂ ਚਾਹੁੰਦਾ ਕਿ ਅਸੀਂ ਐਂਟਰਪ੍ਰੈਨਿਓਰਸ਼ਿਪ 'ਤੇ ਨਾ ਇੱਕ ਪਾਲਿਸੀ ਬਣਾਈਏ ਇੰਡਸਟਰੀ ਡਿਪਾਰਟਮੈਂਟ ਦੇ ਨਾਲ, ਜਿਹਦੇ ਵਿੱਚ ਅਸੀਂ ਜਿਹੜੇ ਐਂਟਰਪ੍ਰੈਨਿਓਰਸ ਪ੍ਰੋਡਿਊਸ ਕਰੀਏ। ਮੈਂ ਮਨਦੀਪ ਨੂੰ ਕਿਹਾ ਕਿ ਵੀ ਨੀਡ ਮੋਰ ਮਨਦੀਪਸ ਲਾਈਕ ਯੂ, ਵੀ ਨੀਡ ਸਿਮਿਲਰ ਸੈਂਟਰਸ ਇਨ ਐਵਰੀ ਸੈਕਟਰ। ਐਗਰੀਕਲਚਰ ਜਿਹੜਾ ਸਾਡਾ ਹੈ ਉਹਦੇ ਵਿੱਚ ਵੀ ਇਹੋ ਜਿਹਾ ਸਾਡੇ ਮਾਡਲ, ਰੂਰਲ ਮਾਡਲ ਹੋ ਸਕਦੇ ਆ। ਸੋ ਇਹ ਸਾਨੂੰ ਲੋੜ ਹੈਗੀ ਆ ਸਕਿੱਲ ਡਿਵੈਲਪਮੈਂਟ 'ਤੇ। ਉਹਦੇ ਨਾਲ ਹੀ ਜਦੋਂ ਆਪਾਂ IT ਦੀ ਗੱਲ ਕਰਦੇ ਹਾਂ ਜਾਂ ਆਪਾਂ ਐਂਟਰਪ੍ਰੈਨਿਓਰਸ਼ਿਪ ਦੀ ਗੱਲ, ਉਹਦੇ ਨਾਲ ਹੀ ਹੋ ਜਾਂਦੀ ਕਿ ਸਕਿੱਲ ਡਿਵੈਲਪਮੈਂਟ, ਕਿ ਅਸੀਂ ਜਿਹੜੀ ਹੁਣ ਜਿਵੇਂ CM ਸਾਹਿਬ ਨੇ ਗੱਲ ਕੀਤੀ ਕਿ ਸਾਨੂੰ BMA ਨਹੀਂ ਚਾਹੀਦੇ, ਈਵਨ MBA ਕਰਕੇ ਵੀ ਸਾਡੇ ਸਟੂਡੈਂਟ ਦੇ ਲੁਕਿੰਗ ਫॉर ਜੌਬਸ, ਉਹਨਾਂ ਨੂੰ ਜੌਬਸ ਨਹੀਂ ਮਿਲਦੀਆਂ। 15-20 ਹਜ਼ਾਰ 'ਤੇ ਜੌਬ ਕਰ ਰਿਹਾ, PhD ਕਰਕੇ ਵੀ ਉਹਨਾਂ ਨੂੰ ਜੌਬਸ ਨਹੀਂ ਮਿਲਦੀਆਂ।
ਅਸੀਂ ਪੜ੍ਹਾਈ ਕਰੀਏ ਜਿਹੜੀ ਵੈਲਿਊ ਐਡਡ ਜਾਂ ਪ੍ਰੈਕਟੀਕਲ ਆ, ਜਿਹੜੀ ਰੋਜ਼ਾਨਾ ਤੁਹਾਡੀ ਜ਼ਿੰਦਗੀ 'ਚ ਤੁਹਾਨੂੰ ਜੌਬਸ ਮਿਲਣਗੀਆਂ। ਸਕਿੱਲ ਡਿਵੈਲਪਮੈਂਟ ਕਰੀਏ, ਜਿਹੜੀ ਸਕਿੱਲ ਦੀ ਲੋੜ ਆ, ਜਿਵੇਂ ਸਾਡੇ ਉੱਥੇ ਨੈਸ਼ਨਲ ਵੋਕੇਸ਼ਨਲ ਕੁਆਲੀਫਿਕੇਸ਼ਨ ਅੱਗੇ ਵੀ ਗੱਲ ਕਰਦੇ ਆ, ਸਿਮਿਲਰ ਸਿਸਟਮ ਇੱਥੇ ITI ਹੁੰਦਾ ਸੀ, ਪਰ ਵੀ ਨੀਡ ਟੂ ਰੀਜੂਵੀਨੇਟ, ਵੀ ਨੀਡ ਟੂ ਮਾਡਰਨਾਈਜ਼ ਇਟ, ਕਿ ਇਹੋ ਜਿਹੇ ਸਾਡੇ ਜਿਹੜੇ ਟ੍ਰੇਡ ਆ ਉਹਨਾਂ 'ਚ ਬੱਚਿਆਂ ਨੂੰ ਟ੍ਰੇਨ ਕਰਕੇ, ਤਾਂ ਕਿ ਜਿਹੜੇ ਸਾਰੇ ਸੈਕਟਰ ਆ ਅਸੀਂ ਉਹਦੇ ਵਿੱਚ ਇੰਪਲੋਇਮੈਂਟ ਮਿਲੇ। ਇੱਕ ਲਿਵਿੰਗ ਵੇਜ, ਇੱਕ ਹੁਣ ਆਪਾਂ ਇੱਥੇ ਵੀ ਇੱਕ ਹੈ ਜੀ, ਇੱਕ ਦਿਹਾੜੀ ਫਿਕਸ ਕਰ ਦਿੱਤੀ ਡੇ ਰੇਟ, ਉਹ ਵੀ ਇਨਫ ਨਹੀਂ ਹੈ ਅੱਜ ਦੇ ਰੇਟ ਦੇ ਵਿੱਚ। ਲਿਵਿੰਗ ਵੇਜ ਚਾਹੀਦੀ ਸਾਰੀ ਦੁਨੀਆ ਤੇ। UK ਤੇ ਵੀ ਅੱਜ ਕੱਲ੍ਹ ਸਟ੍ਰਾਈਕ ਹੋ ਰਹੀ ਕਿ ਕਾਸਟ ਆਫ ਲਿਵਿੰਗ ਵੱਧ ਰਹੀ ਤੇ ਕੰਪੈਰੇਟਿਵਲੀ ਜਿਹੜੀ ਇਨਕਮ ਵਧਣੀ ਚਾਹੀਦੀ ਆ। ਪ੍ਰੋਸਪੈਰਿਟੀ ਤਾਂ ਇਹੀ ਆ, ਹਰ ਇੱਕ ਇਨਸਾਨ ਦਾ ਦਿਲ ਕਰਦਾ ਕਿ ਉਹਨੂੰ ਸਾਰੇ ਸਾਧਨ ਹੋਣ, ਜੋ ਵੀ ਸਹੂਲਤ ਹੋਵੇ ਜ਼ਿੰਦਗੀ। ਸੋ ਉਹ ਵੀ ਚੀਜ਼ ਆ। ਹੈਲਥ ਸੈਕਟਰ ਵੀ ਆਪਾਂ ਇਹ 'ਤੇ ਕੰਮ ਕਰਾਂਗੇ, ਰੀਨਿਊਏਬਲ ਐਨਰਜੀ 'ਤੇ ਕੰਮ ਕਰਾਂਗੇ। ਟੂਰਿਜ਼ਮ ਵੀ ਆ ਜਾਂਦਾ ਉਹਦੇ ਵਿੱਚ। ਟੂਰਿਜ਼ਮ ਵੀ ਆਪਣੇ ਪੰਜਾਬ ਦੇ ਵਿੱਚ ਆਪਣੇ ਕੋਲ ਇੱਕ ਆਲਰੇਡੀ ਸਟੈਬਲਿਸ਼ ਟੂਰਿਜ਼ਮ ਆ। ਗੁਰੂ ਕੀ ਨਗਰੀ ਦਰਬਾਰ ਸਾਹਿਬ ਦੁਨੀਆ ਦਾ ਮੋਸਟ ਵਿਜ਼ਿਟਡ ਪਲੇਸ, ਕਿੰਨੇ ਪ੍ਰਾਊਡ ਦੀ ਗੱਲ ਹੈ ਜੀ, ਗਿਨੀਜ਼ ਬੁੱਕ ਆਫ ਰੈਕੋਰਡ ਦੇ ਵਿੱਚ ਆ। ਉਹ ਆਲਰੇਡੀ ਕਿੰਨੇ ਸ਼ਰਧਾਲੂ ਆਉਂਦੇ ਆ, ਇੰਡੀਆ 'ਚੋਂ ਹੀ ਕਿੰਨੇ ਆਉਂਦੇ ਆ, ਬਾਹਰਲੇ ਮੁਲਕਾਂ 'ਚੋਂ ਕਿੰਨੇ ਆਉਂਦੇ ਆ, ਵੈਸਟ ਤੋਂ ਵੀ ਆਉਂਦੇ ਆ। ਉਹਨੂੰ ਅਸੀਂ ਗਾਂ ਅੱਗੇ ਲੈ ਕੇ ਜਾ ਕੇ ਅਸੀਂ ਪੰਜਾਬ ਦਾ ਟੂਰਿਜ਼ਮ, ਪੰਜਾਬ ਦਾ ਹੈਰੀਟੇਜ, ਰਾਈਟ, ਪੰਜਾਬ ਦਾ ਐਨਵਾਇਰਨਮੈਂਟ, ਜਿਵੇਂ CM ਸਾਹਿਬ ਨੇ ਕੱਲ੍ਹ ਗੱਲ ਕੀਤੀ ਕਿ ਸਾਡੇ ਕੋਲ ਰਣਜੀਤ ਸਾਗਰ ਡੈਮ ਆ ਅਤੇ ਸਾਗਰ ਝੀਲ ਆ, ਅਤੇ ਝੀਲ ਦੇ ਵਿੱਚ ਇੱਕ ਆਈਲੈਂਡ ਆ ਜੀ, ਉਹਨੂੰ ਡਿਵੈਲਪ ਕਰਕੇ ਤੁਸੀਂ ਉਹਦੇ ਵਿੱਚ ਉਹਨੂੰ ਇੱਕ, ਜਿਵੇਂ ਉਹਨਾਂ ਕਿਹਾ ਜੀ ਰਾਜਸਥਾਨ ਦੀ ਬਜਾਏ ਲੋਕ ਇੱਥੇ ਆਉਣਗੇ ਸਾਰੀ ਦੁਨੀਆ ਤੋਂ, ਉਹਦੇ ਵਿੱਚ ਹੋਟਲ ਬਣਾ ਦਿਓ, ਰਿਜ਼ੋਰਟ ਬਣਾ ਦਿਓ। ਫਿਰ ਸਾਡਾ ਇੱਧਰ ਆਪਣੇ ਪਠਾਨਕੋਟ ਸਾਈਡ 'ਤੇ ਵੀ ਹੈ, ਹਾਂਜੀ ਹੈ ਨਾ, ਉੱਥੇ ਵੀ ਜਿਹੜਾ ਈਕੋ ਟੂਰਿਜ਼ਮ ਦਾ ਇੱਕ ਪ੍ਰੋਜੈਕਟ ਹੈ ਪੰਜਾਬ ਸਰਕਾਰ ਦਾ, ਉਹ ਅੱਗੇ ਨਹੀਂ ਹੋਇਆ, ਉਹਨੂੰ ਵੀ ਅੱਗੇ ਵਧਾਉਣ ਦੀ ਲੋੜ ਆ, ਤਾਂ ਕਿ ਉੱਥੇ ਵੀ ਸਾਡੇ ਜਿਹੜੇ, ਫਿਰ ਮੈਂ ਕਹਿੰਦਾ ਜੀ, ਮੈਂ ਸੁਜੈਸਟ ਹਮੇਸ਼ਾ ਕੀਤਾ, ਹੁਣ ਫੇਰ ਮੀਟਿੰਗ ਕਰਾਂਗੇ, ਸਾਡਾ ਇੱਕ ਜਿਹੜਾ ਸਰਕਟ ਟੂਰਿਸਟ ਸਰਕਲ ਦਿੱਲੀ ਤੋਂ ਚੱਲੇ, ਓਪਨ ਟਾਪ, ਜਾਂ ਵੈਸੇ ਹੀ ਬੱਸਿਸ ਹੋਣ ਗੁੱਡ, ਜਿਹੜੀਆਂ ਕਿ ਸਰਕਾਰ ਤਰਫੋਂ ਭਾਵੇਂ ਚਲਾਈਆਂ ਜਾਣ, ਉਹ ਸਾਰੇ ਇਸ ਸਾਈਡ ਪੰਜਾਬ, ਚੰਡੀਗੜ੍ਹ, ਲੁਧਿਆਣਾ, ਬਠਿੰਡਾ, ਜਿੰਨਾ ਵੀ ਇਹ ਸਾਰਾ ਉਹ ਕਵਰ ਕਰੇ ਬੈਕ ਦਿੱਲੀ, ਅਤੇ ਉਹ ਪੂਰਾ ਜਿਹੜਾ ਹੈਗਾ ਟੂਰ ਕਰਕੇ ਅਤੇ ਸਾਰੇ ਜਿਹੜੇ ਸਾਡੇ ਟੂਰਿਸਟ ਆਉਣ। ਦੂਜਾ ਅੰਮ੍ਰਿਤਸਰ ਤੋਂ ਹੋ ਸਕਦਾ, ਜੇ ਅਸੀਂ 2 ਹਿੱਸਿਆਂ 'ਚ ਵੰਡ ਦਈਏ। ਸੋ ਇਹ ਜਿਹੜੇ ਹੈ ਨਾ ਸਾਡੇ ਕੁਛ ਜਿਹੜੇ ਹੈਗੇ ਆ ਸੈਕਟਰਸ ਹੈਗੇ ਜਿਨ੍ਹਾਂ 'ਤੇ ਕੰਮ ਕੀਤਾ ਜਾਣਾ ਚਾਹੀਦਾ। ਹਾਂ, ਬਾਕੀ ਜਿਹੜਾ ਹੈ ਕਿ ਆਪਾਂ ਫਿਊਚਰ ਸਾਡੀ ਜਿਹੜੀ ਪਲੈਨਿੰਗ ਆ, ਮੈਂ ਕਹਿੰਦਾ ਜੀ, ਮੈਂ ਕੁਛ ਚੀਜ਼ਾਂ ਨੋਟਿਸ ਵੀ ਕਰਦਾ, ਜਿਹੜੀ ਸਾਡੀ ਇਨਫਰਾਸਟਰਕਚਰ ਡਿਵੈਲਪਮੈਂਟ ਹੁੰਦੀ, ਕਈ ਵਾਰੀ ਫਿਊਚਰਿਸਟਿਕ ਨਹੀਂ ਹੁੰਦੀ। ਜਿਹੜੇ ਸਾਡੇ ਫਲਾਈਓਵਰ ਬਣਦੇ ਸੋਚ ਕੇ ਨਹੀਂ ਬਣਾਏ ਜਾਂਦੇ, ਜਿਹੜੀ ਸਾਡੇ ਰੋਡਸ ਵੀ ਬਣਦੀਆਂ, ਚਲੋ ਇਹ ਸਟੇਟ ਸਰਕਾਰ ਦਾ ਨਹੀਂ ਮੁੱਦਾ, ਸੈਂਟਰ ਸਰਕਾਰ ਦਾ ਕਹਿ ਸਕਦੇ ਹਾਂ, ਪਰ ਸਾਨੂੰ ਜਿਵੇਂ ਹੁਣ ਆਹ ਸੜਕ ਬਣ ਰਹੀ ਹੈ, ਜਿਹੜਾ ਨਵਾਂ ਸੁਪਰ ਹਾਈਵੇ ਬਣ ਰਿਹਾ, ਉਹ ਇੱਕ ਬਹੁਤ ਵਧੀਆ ਅਪੋਰਚੁਨਿਟੀ ਹੈ ਪੰਜਾਬ ਵਾਸਤੇ, ਕਿ ਪੰਜਾਬ 'ਚੋਂ ਲੰਘ ਕੇ ਜਾਣਾ। ਉਹਦੇ ਨਾਲ ਜਿਹੜੇ ਹੈਗੇ ਆ ਆਪਣੇ ਪਾਰਕਸ ਬਣਨਗੇ, ਇੰਡਸਟਰੀਅਲ ਪਾਰਕਸ ਬਣਨਗੇ, ਉਹਦੇ ਨਾਲ ਜਿਹੜੀ ਕਨੈਕਟੀਵਿਟੀ ਹੈ ਦਿੱਲੀ ਤੱਕ, ਇਹ ਰੈਸਟ ਆਫ ਦਾ ਇੰਡੀਆ ਤੱਕ ਸੁਪਰ ਫਾਸਟ ਹੋ ਜਾਏਗੀ। ਸੋ ਉਹਦੇ ਵਿੱਚ ਵੀ ਆਪਣਾ ਕਾਫੀ ਗਰੋਥ ਦੇ ਚਾਂਸਸ ਆ। ਸੋ ਪੰਜਾਬ ਨੂੰ ਪਹਿਲਾਂ ਹੀ ਪਲੈਨਿੰਗ ਪਹਿਲਾਂ ਹੀ ਹੋਣੀ ਚਾਹੀਦੀ ਕਿ ਆਉਣ ਵਾਲੇ 5 ਸਾਲ 10 ਸਾਲ ਦੇ ਵਿੱਚ ਕੀ ਹੋਣਾ। ਮੈਂ ਇਹੀ ਅਗਲਾ ਸਵਾਲ ਤੁਹਾਨੂੰ ਕਰਨ ਵਾਲਾ ਸੀਗਾ ਕਿ ਐਂਟਰਪ੍ਰੈਨਿਓਰਸ਼ਿਪ, ਜਿਵੇਂ ਤੁਸੀਂ ਟਾਂਗਰਾ ਹੁਣਾਂ ਦੀ ਐਗਜ਼ਾਮਪਲ ਦਿੱਤੀ, ਪਰ ਪੰਜਾਬ ਦਾ ਯੂਥ ਲਗਾਤਾਰ ਰੁਝਾਨ ਜਿਹੜਾ ਹੈਗਾ ਵਿਦੇਸ਼ੀ ਮੁਲਕਾਂ ਵੱਲ ਹੈਗਾ, ਕਿ ਉਹਨਾਂ ਨੂੰ ਕਿਸ ਤਰੀਕੇ ਦੇ ਨਾਲ ਗੌਰਮੈਂਟ ਕੋਈ ਅਜਿਹੀ ਪਾਲਿਸੀ ਲੈ ਕੇ ਆਵੇਗੀ, ਸਕੂਲਾਂ ਦੇ ਵਿੱਚ, ਕਾਲਜਾਂ ਦੇ ਵਿੱਚ, ਯੂਨੀਵਰਸਿਟੀਜ਼ ਦੇ ਵਿੱਚ ਬੱਚਿਆਂ ਦੀ ਕਾਉਂਸਲਿੰਗ ਉਸ ਤਰੀਕੇ ਨਾਲ ਕੀਤੀ ਜਾਵੇ, ਅਤੇ ਉਹਨਾਂ ਨੂੰ ਮਾਹੌਲ ਅਤੇ ਜੋਬਸ, ਅਤੇ ਉਹਨਾਂ ਨੂੰ ਆਪਣੇ ਪੈਰੀਂ ਖੜ੍ਹਾ ਹੋਣ ਦੇ ਲਈ ਮਾਹੌਲ, ਚਾਹੇ ਉਹ ਵਪਾਰੀ ਹੋਵੇ, ਚਾਹੇ ਉਹ ਸਟੂਡੈਂਟ ਹੋਵੇ, ਜਿਸ ਨੇ ਜੋ ਕੰਮ ਕਰਨਾ ਹੈਗਾ, ਕਿ ਇਹ ਮਾਹੌਲ ਕਿਵੇਂ ਬਣੇਗਾ? ਲੱਗਦਾ ਕਿ 5 ਸਾਲ ਦੇ ਵਿੱਚ ਇਹ ਚੀਜ਼ਾਂ ਪੋਸੀਬਲ ਹੋ ਪਾਉਣਗੀਆਂ, ਅਤੇ ਕੀ ਕਰਨ ਦੀ ਲੋੜ ਹੈਗੀ ਹੈ? ਇਹ ਤਾਂ ਬਰਨ ਸਕੂਲ ਤੋਂ ਹੀ ਸ਼ੁਰੂਆਤ ਹੋਣੀ ਚਾਹੀਦੀ ਹੈ, ਕਿ ਬੱਚੇ ਨੂੰ ਸਾਡੇ, ਇਨਫੈਕਟ ਬਿਕੋਜ਼ ਆਈ ਹੈਵ ਗੋਟ ਦਾ ਐਕਸਪੀਰੀਅੰਸ ਇੰਡੀਆ ਦਾ ਵੀ ਅਤੇ UK ਦਾ ਵੀ ਅਤੇ ਹੋਰ ਵੀ ਕੰਟਰੀਜ਼ ਆ, ਜਿਹੜੀ ਕੈਰੀਅਰ ਕਾਉਂਸਲਿੰਗ ਆ ਜਾਂ ਕੈਰੀਅਰ ਐਡਵਾਈਜ਼ਰੀ ਸਰਵਿਸ ਆ, ਸਾਡੇ ਥੋੜ੍ਹੀ ਹੁਣ ਤਾਂ ਹੈ, ਵੈਸੇ ਐਸੀ ਗੱਲ ਨਹੀਂ, ਯੂਨੀਵਰਸਿਟੀ ਦੇ ਵਿੱਚ ਹੈ, ਪਰ ਜਿਹੜੀ ਸਾਡੀਆਂ ਬਾਹਰਲੀ ਯੂਨੀਵਰਸਿਟੀ, ਉਹਦੇ 'ਚ ਕਾਫੀ ਦੇਰ ਤੋਂ ਪਹਿਲਾਂ ਹੀ ਇਹ ਹੈ ਕਿ ਗਾਈਡ ਕਰਨਾ ਬੱਚੇ ਨੂੰ, ਬੱਚੇ ਦਾ ਇੰਟਰਸਟ ਦੇਖਣਾ, ਡਿਸਕਸ਼ਨ ਕਰਨੀ, ਉਹਨਾਂ ਨੂੰ ਇੰਟਰੋਡਿਊਸ ਕਰਨਾ। ਉੱਥੇ ਤਾਂ ਇਹ ਹੈ ਕਿ ਜਿਹੜੀਆਂ ਕੰਪਨੀਆਂ ਜੀ ਖੁਦ ਕੈਂਪਸ 'ਚ ਆਉਂਦੀਆਂ ਅਤੇ ਉਹ ਬੱਚਿਆਂ ਨੂੰ ਸਿਲੈਕਟ ਕਰਕੇ ਲੈ ਕੇ ਜਾਂਦੀਆਂ। ਸੋ ਜਦੋਂ ਆਪਾਂ ਹੁਣ ਗੱਲ ਕਰਦੇ ਹਾਂ ਜਿਹੜੀ ਐਜੂਕੇਸ਼ਨ ਆ, ਰੀਜ਼ਨ ਕਿਉਂ ਆ, ਜਿਹੜੀ ਐਜੂਕੇਸ਼ਨ ਹੈ, ਜਦੋਂ ਬੱਚਾ, ਜੇ ਇੱਥੇ ਵੀ ਤੁਸੀਂ ਡਿਗਰੀ ਕਰਨੀ ਆ, ਪੋਸਟ ਗ੍ਰੈਜੂਏਸ਼ਨ ਕਰਨੀ ਆ, ਮੇਰੇ ਹਿਸਾਬ ਨਾਲ ਤੁਹਾਡਾ 7-8 ਤੋਂ 10 ਲੱਖ ਤੱਕ ਖਰਚਾ ਹੋ ਜਾਂਦਾ, ਮਿਨੀਮਮ 6-7 ਲੱਖ 'ਤੇ ਹੁੰਦਾ। ਹੁਣ ਬੱਚੇ ਨੇ 10+2 ਕਰਕੇ ਉਹਨੇ ਸੋਚਣਾ ਕਿ ਮੈਂ ਜੇ 6-7 ਮਾਂ ਪਿਓ ਦਾ ਲਵਾਵਾਂ ਅਤੇ ਮੈਨੂੰ ਇਹਦਾ ਰਿਜ਼ਲਟ ਕੀ ਹੋਏਗਾ, ਮੈਨੂੰ ਜੋਬ ਕਿਹੜੀ ਮਿਲੇਗੀ। ਹੁਣ ਬੱਚਿਆਂ ਨੂੰ ਪਤਾ ਕਿ ਸਾਨੂੰ 15-20 ਹਜ਼ਾਰ, 25-30 ਹਜ਼ਾਰ ਮੈਕਸਿਮਮ ਆਹ ਪੈਕੇਜ ਮਿਲੇਗਾ, ਅਤੇ ਉਹ ਸੋਚਦੇ ਆ, ਜਿਹੜੇ ਬੱਚੇ ਕੁਝ ਬਾਹਰ ਚਲੇ ਜਾਂਦੇ ਆ, ਉਹਨਾਂ ਨੂੰ ਬਹੁਤ ਅੱਛਾ, ਇੱਕ ਤਾਂ ਉਹਨਾਂ ਨੂੰ ਮਾਹੌਲ ਮਿਲਦਾ, ਸੈਕੰਡਲੀ ਉਹਨਾਂ ਨੂੰ ਅਪੋਰਚੁਨਿਟੀ ਮਿਲਦੀ ਸੈਟਲ ਹੋਣ ਦੀ, ਨਾਲ ਉਹਨਾਂ ਦੀ ਜਿਹੜੀ ਸੈਲਰੀ ਸਟਰਕਚਰ ਹੈ ਨਾ, ਬਹੁਤ ਡਿਫਰੈਂਸ ਹੈ ਉਹਦੇ ਵਿੱਚ, ਅਤੇ ਉਸ ਚੀਜ਼ ਨੂੰ ਵੇਖ ਕੇ ਨਾ ਉਹ ਹਮੇਸ਼ਾ ਰੁਝਾਨ। ਮੈਂ ਜੀ ਤੁਹਾਨੂੰ ਪ੍ਰੈਕਟੀਕਲ ਗੱਲ ਦੱਸਦਾ, ਜੇ ਆਪਾਂ ਕਹੀਏ ਨਾ ਬੱਚਿਆਂ ਨੂੰ ਬਾਹਰ ਨਹੀਂ ਜਾਣਾ, ਮੈਂ ਖੁਦ ਗੱਲ ਕਰਦਾ ਹੁੰਦਾ ਸੀ ਕਿ ਸਾਨੂੰ
ਪਰ ਬੱਚਿਆਂ ਨੇ ਕੁਝ ਬੱਚਿਆਂ ਨੇ ਤਾਂ ਜਾਣਾ ਹੀ ਹੁੰਦਾ ਹਾਂਜੀ ਹੈ ਨਾ। ਥੋੜ੍ਹੀ ਬਹੁਤੀ ਬ੍ਰੇਨ ਡਰੇਨ ਤਾਂ ਜਿਹੜੇ ਸੁਪਰ ਇੰਟੈਲੈਕਚੁਅਲ ਉਹਨਾਂ ਨੇ ਜਾਣਾ ਹੁੰਦਾ, ਉਹ ਬਾਕੀ ਉਹ ਯੂਕੇ ਵਰਗੇ ਕੰਟਰੀ 'ਚੋਂ ਵੀ ਹੋਰ ਕੰਟਰੀ ਜਾਂਦੇ ਆ, ਐਸੀ ਗੱਲ ਨਹੀਂ। ਜਿਹੜੀ ਮਾਈਗ੍ਰੇਸ਼ਨ ਆਊਟਵਰਡਸ ਆ ਉਹ ਸਾਰੇ ਕੰਟਰੀ 'ਚ ਵਰਲਡ ਵਾਈਡ ਹੈ ਹਾਂ, ਮਾਈਗ੍ਰੇਸ਼ਨ, ਜਿਵੇਂ ਯੂਕੇ ਤੋਂ ਆਸਟ੍ਰੇਲੀਆ ਜਾਂਦੇ ਆ ਜਾਂ ਹੋਰ। ਪਰ ਹੈ ਕਿ ਸਾਨੂੰ ਮਾਸ ਮਾਈਗ੍ਰੇਸ਼ਨ ਨਾ ਹੋਵੇ। ਹੁਣ ਸਾਡੇ ਬੱਚੇ ਮਾਸ ਮਾਈਗ੍ਰੇਸ਼ਨ ਤੇ ਵੈਲਥ ਇਰੋਜਨ ਹੋ ਰਹੀ ਆ, ਸਾਡਾ ਪੰਜਾਬ ਦਾ ਸਰਮਾਇਆ ਵੀ ਜਾ ਰਿਹਾ। ਉਹਦੇ ਵਾਸਤੇ ਸਾਨੂੰ ਅਪੋਰਚੁਨਿਟੀ ਕ੍ਰੀਏਟ ਕਰਨੀ ਪੈਣੀ ਆ। ਇੰਡਸਟਰੀ ਆਵੇ, ਜੌਬਸ ਹੋਵੇ, ਜਿਹੜੀ ਐਜੂਕੇਸ਼ਨ ਆ ਉਹ ਪ੍ਰੈਕਟੀਕਲ ਜੌਬ ਓਰੀਐਂਟਡ ਹੋਵੇ। ਫਿਰ ਜੇ ਅਸੀਂ ਉਹ ਐਜੂਕੇਸ਼ਨ ਦੇਵਾਂਗੇ, ਮੈਂ ਕਹਿੰਦਾ ਜੀ ਇੱਥੇ ਜਿਹੜਾ ਸਾਡਾ ਐਜੂਕੇਸ਼ਨ ਸਿਸਟਮ ਆ, ਜਿਹੜਾ ਪ੍ਰਾਈਵੇਟ ਵੀ ਆ, ਉਹ ਕਹਿ ਦਿੰਦੇ ਅਸੀਂ ਪਲੇਸ ਕਰਾਉਣੇ ਥੋੜ੍ਹੇ ਬੱਚੇ, ਪਰ ਪਰਸੈਂਟੇਜ ਨਹੀਂ ਦੱਸਦੇ ਕਿੰਨੇ ਬੱਚਿਆਂ ਨੂੰ। ਜਿਹੜੀਆਂ ਬਾਹਰਲੀਆਂ ਯੂਨੀਵਰਸਿਟੀਆਂ ਉਹਨਾਂ 'ਚ 90% ਬੱਚੇ ਜੌਬਸ 'ਚ ਹੁੰਦੇ ਆ ਪਹਿਲੇ ਸਾਲ ਦੇ ਵਿੱਚ ਹੀ। ਅਤੇ ਤੁਸੀਂ ਮੈਨੂੰ ਦੱਸ ਦਿਓ ਇੱਥੇ ਡਾਟਾ ਕੀ ਆ। ਮੇਰਾ ਖਿਆਲ ਨਹੀਂ ਕਿ ਆਪਣਾ 30% ਤੋਂ ਜ਼ਿਆਦਾ ਹੋਏਗਾ ਜਿਹੜੇ ਸਟੂਡੈਂਟ ਆ ਪਲੇਸ ਹੋ ਜਾਂਦੇ ਆ। ਬਹੁਤ ਸਟੂਡੈਂਟ ਇਸੇ ਕਰਕੇ ਐਕਚੁਅਲੀ ਇਨਫੈਕਟ ਜਿਹੜੀ ਜੌਬਸ ਦੀ ਲੈਕ ਆਫ ਜੌਬਸ ਆ ਨਾ, ਜਿਹੜੀ ਡਰੱਗਸ ਦੀ ਪ੍ਰੋਬਲਮ ਆ, ਡਿਸਅਪੁਆਇੰਟਮੈਂਟ ਆ। ਜਦੋਂ ਤੁਹਾਨੂੰ ਕੁਝ ਨਹੀਂ ਦਿਸਦਾ ਜ਼ਿੰਦਗੀ 'ਚ, ਫਿਰ ਤੁਸੀਂ ਆਪਣੇ ਮਾਨਸਿਕ ਤੌਰ 'ਤੇ ਬਿਮਾਰ ਹੋ ਜਾਂਦੇ ਜਾਂ ਸੋਚਦੇ ਆ ਵੀ ਇਸ ਚੀਜ਼ ਤੋਂ ਕਿਵੇਂ ਛੁਟਕਾਰਾ ਪਾਈਏ। ਅਤੇ ਉਹ ਇੱਕ ਇਹੀ ਵਜ੍ਹਾ, ਜੇ ਅਸੀਂ ਬੱਚਿਆਂ ਨੂੰ ਸਪੋਰਟਸ ਵੱਲ ਆਪਾਂ, ਕਿਉਂਕਿ ਹੈਲਥੀ ਮਾਈਂਡਸ ਇਜ਼ ਬੈਟਰ ਫॉर ਜਨਰਲ ਡਿਵੈਲਪਮੈਂਟ ਕਹਿੰਦੇ ਨਾ, ਜਿਹੜਾ ਇਸ ਕਰਕੇ ਸਾਨੂੰ ਸਪੋਰਟਸ 'ਤੇ ਵੀ ਆਪਾਂ ਕਵਰ ਕਰਾਂਗੇ ਕਿ ਸਪੋਰਟਸ ਦੇ ਵਿੱਚ ਵੀ ਸਾਨੂੰ ਕੰਮ ਕਰਨਾ ਚਾਹੀਦਾ ਕਿ ਜਿਹੜੇ ਬੱਚੇ ਉਹਨਾਂ ਦਾ ਸਪੋਰਟਸ ਵੱਲ ਖਿਆਲ ਜਾਵੇ। ਜਿਵੇਂ ਹੁਣ ਪਿੱਛੇ ਜਿਹੇ ਕਾਮਨਵੈਲਥ ਗੇਮਸ ਹੋਈਆਂ, ਮੈਂ ਉੱਥੇ ਯੂਕੇ ਦੇ ਵਿੱਚ ਸਾਡੇ ਕੈਂਪਸ ਦੇ ਵਿੱਚ ਵੀ ਸਾਡੇ ਜਿਹੜੇ ਐਥਲੀਟਸ ਗਏ ਹੋਏ ਸੀ। ਸੋ ਸਾਨੂੰ ਹੁਣ ਅੱਗੇ ਨਾਲੋਂ ਵਧੀਆ ਮੈਡਲ ਆਏ। ਪੰਜਾਬ ਦੇ ਜਿਹੜੇ ਖਿਡਾਰੀ ਆ ਉਹਨਾਂ ਨੂੰ ਅੱਜ ਇਨਫੈਕਟ ਸਨਮਾਨਿਤ ਕੀਤਾ ਗਿਆ। ਸਾਨੂੰ ਹੋਰ ਇਨਸੈਂਟਿਵ ਦੇਣ ਦੀ ਲੋੜ ਆ। ਜਿਵੇਂ ਮੈਨੂੰ ਸੁਜੈਸਟ ਕੀਤਾ ਗਿਆ ਜੀ, ਯੂਕੇ ਵਿੱਚ ਸਾਡੇ ਜਿਵੇਂ ਇੰਡੀਆ 'ਚ IPL ਆ, ਇਸੇ ਤਰ੍ਹਾਂ ਯੂਕੇ ਦੇ ਵਿੱਚ ਵੀ ਇੱਕ IPL ਟਾਈਪ ਆਫ ਲੀਗ ਸ਼ੁਰੂ ਹੋ ਰਹੀ ਆ। ਉਹ ਜਿਹੜੀ ਕੰਪਨੀ ਹੈ ਇਨਫੈਕਟ ਉਹ ਕਹਿ ਰਹੇ ਸਾਨੂੰ, ਦੇ ਆਰ ਸਪੋਂਸਰਡ ਬਾਈ ਦ ਯੂਕੇ ਗਵਰਨਮੈਂਟ, ਕਿ ਅਸੀਂ ਪੰਜਾਬ 'ਚ ਇੰਡੀਆ 'ਚ ਵੀ ਹੈਲਪ ਕਰ ਸਕਦੇ ਹਾਂ। ਉਹ ਮੈਂ ਲਿੰਕ ਕਰਾਂਗਾ ਉਹਨਾਂ ਨੂੰ। ਉਹ ਕਹਿੰਦੇ ਅਸੀਂ ਤੁਹਾਡਾ ਇਵੈਂਟ, ਤੁਸੀਂ ਡੈਲੀਗੇਸ਼ਨ ਲੈ ਕੇ ਆਓ, ਅਸੀਂ ਤੁਹਾਡਾ ਯੂਕੇ ਗਵਰਨਮੈਂਟ ਨਾਲ ਪਲੱਸ ਪ੍ਰਾਈਵੇਟ ਸੈਕਟਰ ਨਾਲ ਇੱਕ ਇਵੈਂਟ ਕਰਾਵਾਂਗੇ ਪੰਜਾਬ ਵਾਸਤੇ। ਕਿੰਨੀ ਸਪੋਰਟ ਜਿਹੜੇ ਪੰਜਾਬ ਵਾਸਤੇ ਦਰਦ ਰੱਖਦੇ ਆਪਣਾ। ਇਸੇ ਤਰ੍ਹਾਂ ਜਿਹੜੇ ਹਾਈ ਕਮਿਸ਼ਨ ਉਹ ਵੀ ਕਹਿੰਦੇ ਤੁਸੀਂ ਆਓ ਲੈ ਕੇ ਡੈਲੀਗੇਸ਼ਨ, ਅਸੀਂ ਤੁਹਾਨੂੰ ਜਿਹੜਾ ਵਪਾਰੀ ਸਾਡਾ ਵਰਗ ਆ ਉੱਥੇ ਦਾ, ਜਿਹੜੇ ਇੰਡੀਅਨ ਨੇ ਜਿਨ੍ਹਾਂ ਕੋਲ ਕਾਫੀ ਵੱਡੀਆਂ ਕੰਪਨੀਜ਼ ਨੇ ਜਾਂ ਵੈਸਟਰਨ ਕੰਪਨੀਜ਼ ਨੇ, ਉਹਨਾਂ ਨੂੰ ਅਸੀਂ ਤੁਹਾਨੂੰ ਇਨਵਾਈਟ ਕਰਾਂਗੇ, ਇੰਟਰੈਕਸ਼ਨ ਕਰਾਵਾਂਗੇ ਅਤੇ ਉਹਨਾਂ 'ਚੋਂ ਕੁਛ ਨਾ ਕੁਛ ਤੁਹਾਨੂੰ ਜਿਹੜੇ ਆ ਕੇ ਇਨਵੈਸਟ ਕਰਨਗੇ। ਸੋ ਸਾਨੂੰ ਜ਼ਰੂਰਤ ਇਸ ਗਲੋਬਲ, ਅੱਜ ਦੁਨੀਆ ਗਲੋਬਲ ਆ, ਜੋ ਇੱਥੋਂ ਦੀਆਂ ਕੰਪਨੀਆਂ ਬਾਹਰ ਜਾ ਰਹੀਆਂ, ਬਾਹਰ ਦੀਆਂ ਕੰਪਨੀਆਂ, ਬਟ ਵੀ ਨੀਡ ਟੂ ਬ੍ਰਿੰਗ ਇਨ ਮੋਰ ਇਨਵੈਸਟਮੈਂਟ, ਮੋਰ ਕੰਪਨੀਜ਼ ਇਨਟੂ ਪੰਜਾਬ, ਮੋਰ ਜੌਬਸ ਇਨ ਪੰਜਾਬ। ਕਿਵੇਂ ਉਹਨੂੰ ਲੈ ਇਸ 'ਤੇ ਡਿਸਕਸ਼ਨ ਦੀ ਅਤੇ ਇਹਨੂੰ ਪ੍ਰੈਕਟੀਕਲ ਰੂਪ ਕਿਵੇਂ ਦੇਣਾ। ਇੱਕ ਤਾਂ ਮੀਟਿੰਗਾਂ ਹੁੰਦੀਆਂ, ਇੱਕ ਉਹਨੂੰ ਕਿਵੇਂ ਕਰਨਾ। ਜਿਵੇਂ ਜਿਹੜੇ ਪ੍ਰੋਜੈਕਟ ਵੀ ਆ, ਇਨਫੈਕਟ ਚਲੋ ਇਨਵੈਸਟ ਪੰਜਾਬ ਸਾਰੇ ਡਿਪਾਰਟਮੈਂਟ ਕਹਿੰਦੇ ਕਿ ਪ੍ਰੈਕਟੀਕਲ ਗੱਲ ਕਰੀਏ ਆਪਾਂ। ਸੋ ਹੁਣ ਇਹ ਆ ਕਿ ਅਸੀਂ ਵੀ ਪ੍ਰੈਕਟੀਕਲ ਗੱਲ ਕਰਦੇ ਹਾਂ ਕਿ ਆਹ ਅਸੀਂ ਪ੍ਰੋਜੈਕਟ ਲੈ ਕੇ ਆ ਸਕਦੇ ਹਾਂ, ਆਹ ਅਸੀਂ ਫੰਡਿੰਗ ਕਰ ਸਕਦੇ ਹਾਂ। ਸਾਨੂੰ ਤੁਹਾਡੀ ਵਿਲਿੰਗਨੈਸ ਚਾਹੀਦੀ ਆ, ਇੰਟੈਂਟ ਚਾਹੀਦਾ। ਉਹ ਉਹਨਾਂ ਨੇ ਕਿਹਾ ਵੀ ਕਿ ਅੱਗੇ ਸਿੰਗਲ ਵਿੰਡੋ ਨਾਮ ਦੀ ਹੁੰਦੀ ਸੀ, ਹਰ ਅਫਸਰ ਆਪਣੀ ਵਿੰਡੋ ਖੋਲ੍ਹ ਕੇ ਬੈਠਾ ਹੁੰਦਾ ਸੀ। ਇਹ ਸਟੇਟਮੈਂਟ ਤੋਂ ਤੁਹਾਨੂੰ ਕੀ ਲੱਗਦਾ ਕਿ ਸਰਕਾਰ ਦੀ ਜਿਹੜੀ ਦਿਸ਼ਾ ਹੈਗੀ ਆ ਜਾਂ ਮਨਸ਼ਾ ਹੈਗੀ ਆ ਉਹ ਕਲੀਅਰ ਹੈਗੀ ਆ ਪੰਜਾਬ ਪ੍ਰਤੀ? ਬਿਲਕੁਲ ਜੀ। ਉਹਨਾਂ ਨੇ ਕਿਹਾ, ਮਾਨ ਸਾਹਿਬ ਨੇ ਕਿਹਾ ਜੀ, ਅੱਗੇ ਤਾਂ ਜਿਹੜੇ ਆਫੀਸਰ ਸੀ ਉਹਨਾਂ ਨੇ ਕਦੀ ਆਪਣੀ ਤਨਖਾਹ ਵੇਖੀ ਨਹੀਂ ਸੀ। ਤੁਸੀਂ ਇਹ ਤੋਂ ਜੱਜਮੈਂਟ ਕਰ ਸਕਦੇ ਕਿ ਉਹਨਾਂ ਦੀ ਕੀ ਸਟੇਟਮੈਂਟ ਆ। ਅਤੇ ਪਹਿਲੀ ਵਾਰੀ ਆਪਣੀ ਤਨਖਾਹ ਨੂੰ ਵੇਖ ਰਿਹਾ ਕਿ ਕਿੰਨੀ ਉਹਨਾਂ ਨੂੰ ਸੈਲਰੀ ਮਿਲਦੀ ਆ। ਸੋ ਤੁਸੀਂ ਦੇਖ ਸਕਦੇ ਇਹ ਤੋਂ ਫਰਕ ਤਾਂ ਆਇਆ ਹੀ ਆ। ਜਦ ਕਿ ਜਿਹੜਾ ਬਾਹਰੋਂ ਇਨਵੈਸਟਰ ਆਏਗਾ, ਕੰਪਨੀ ਆਏਗਾ, ਇੰਡੀਵਿਜੂਅਲ ਕੋਈ ਵੀ ਆਏਗਾ, ਕੁਛ ਕਰਨਾ ਚਾਹੇਗਾ, ਉਹਨੂੰ ਉਹ ਇਸ ਚੀਜ਼ ਕਰਕੇ ਹੀ ਨਹੀਂ ਕਰ ਰਿਹਾ ਸੀ। ਸੋ ਜਦੋਂ ਇਸ ਚੀਜ਼ ਨੂੰ ਟੈਕਲ ਕਰ ਲਿਆ ਜਾਵੇਗਾ ਜਾਂ ਕਰ ਰਿਹਾ ਆਲਰੇਡੀ ਹੋ ਰਿਹਾ, ਅਤੇ ਫਿਰ ਆਪਣੇ ਆਪ ਹੀ ਮਾਹੌਲ ਬਣ ਜਾਏਗਾ। ਜਿਵੇਂ ਮੈਨੂੰ ਧਾਰੀਵਾਲ ਸਾਹਿਬ ਨੇ ਵੀ ਦੱਸਿਆ ਕਿ ਬਹੁਤ NRI ਕਹਿੰਦੇ ਕਿ ਅਸੀਂ ਆਪਣੇ ਪਿੰਡ ਲੈਵਲ 'ਤੇ ਅਡੋਪਟ ਕਰਕੇ ਤੁਸੀਂ ਕਲੀਨਿਕ ਕੀਤੇ, ਅਸੀਂ ਵਿੱਚ ਆਪਣੇ ਤੁਹਾਡੀ ਫਾਈਨੈਂਸ਼ੀਅਲ ਹੈਲਪ ਵੀ ਕਰਨਾ ਚਾਹੁੰਦੇ ਹਾਂ। ਅਸੀਂ ਚਾਹੁੰਦੇ ਹਾਂ ਕਿ ਪਿੰਡਾਂ ਦਾ ਸੁਧਾਰ ਹੋਵੇ। ਹਾਂਜੀ, ਹੈ ਨਾ। ਸੋ ਜਿਹੜੇ ਕਈਆਂ ਪ੍ਰਵਾਸੀ ਜਿਹੜੇ ਹੈਗੇ ਸਾਡੇ ਪਰਿਵਾਰ ਹੈਗੇ ਆ ਪਿੰਡਾਂ ਤੋਂ, ਉਹਨਾਂ ਨੇ ਡਰੇਨੇਜ ਵੀ ਆਪਣੇ ਪੈਸਿਆਂ 'ਤੇ ਜਿਹੜੀ ਪਾਈ ਹੈਗੀ ਆ। ਹਾਂਜੀ, ਅਤੇ ਸਕੂਲਾਂ ਦੇ ਵਿੱਚ ਵੀ ਪਤਾ ਹੈ, ਹੌਸਪੀਟਲ 'ਚ ਵੀ ਰੂਮਸ ਬਣਾਉਂਦੇ ਨੇ, ਸਕੂਲ ਦੇ ਵਿੱਚ ਵੀ ਇਨਫਰਾਸਟਰਕਚਰ ਬਣਾਉਂਦੇ ਨੇ। ਇਨਫੈਕਟ ਉਹਨਾਂ ਨੂੰ ਜੇ ਆਪਾਂ ਫੈਸਿਲੀਟੇਟ ਕਰੀਏ, ਇਨਫੈਕਟ ਮੇਰੇ ਦੋਸਤ ਹੈ ਜੀ, ਉਹਨਾਂ ਨੇ ਹੌਸਪੀਟਲ ਬਣਾਇਆ ਹੋਇਆ ਲਾਇਨਸ ਕਲੱਬ ਦਾ ਹੌਸਪੀਟਲ ਆਨੰਦਪੁਰ ਦੇ ਵਿੱਚ। ਉਹ ਆਪਣਾ ਰੈਟਨਾ ਜਿਹੜੀ ਰਿਪਲੇਸਮੈਂਟ ਹੈ ਉਹਦੇ 'ਤੇ ਇੱਕ ਸੈਂਟਰ ਖੋਲ੍ਹਣਾ ਚਾਹੁੰਦੇ ਆ ਆਪਣੇ ਵੱਲੋਂ ਹੀ। ਇੱਕ ਸਪੋਰਟਸ ਕੰਪਲੈਕਸ ਵੀ ਆਪਣੇ ਪਿੰਡ 'ਚ ਬਣਾ ਰਹੇ ਆ। ਸੋ ਬਹੁਤ NRI ਹੈ ਜਿਹੜੇ ਪ੍ਰੈਕਟੀਕਲੀ ਫਾਈਨੈਂਸ਼ੀਅਲੀ ਦੇ ਕੈਪੇਬਲ ਐਂਡ ਦੇ ਇਨਵੈਸਟਿੰਗ ਇਨ ਪੰਜਾਬ ਆਲਰੇਡੀ ਟੂ ਮੇਬੀ ਸਰਟਨ ਲੈਵਲ 10 ਕਰੋੜ 15 ਕਰੋੜ ਪਰ ਕਰ ਰਹੇ ਆ। ਹਾਂਜੀ, ਹੈ ਨਾ। ਉਹਨਾਂ ਫਿਰ ਗਰੁੱਪਸ ਵੀ ਹੈਗੇ ਜਿਹੜੇ ਕਰਨਾ ਚਾਹੁੰਦੇ ਆ। ਸਿਰਫ ਕੀ ਲੋੜ ਹੈ? ਕੋਆਰਡੀਨੇਸ਼ਨ ਦੀ, ਫੈਸਿਲੀਟੇਸ਼ਨ ਦੀ। ਉਹਦੇ ਵਿੱਚ ਮੈਂ ਸੁਜੈਸਟ ਕੀਤਾ ਸੀ ਹਰ ਇੱਕ ਮੁਲਕ ਤੋਂ ਅਸੀਂ
ਉਹ ਆਪਣੇ ਐਨਆਰਆਈਜ਼ ਲਈਏ ਜਿਹੜੇ ਆਪਣਾ ਸਮਾਂ ਕੱਢ ਸਕਦੇ ਆ, ਉਹਨਾਂ ਕੋਲ ਐਕਸਪਰਟੀਜ਼ ਆ ਜਾਂ ਫਾਈਨੈਂਸ਼ੀਅਲ ਕੈਪੇਬਿਲਿਟੀ ਆ, ਉਹਨਾਂ ਨੂੰ ਪ੍ਰੈਕਟੀਕਲੀ ਅਸੀਂ ਪੰਜਾਬ ਨਾਲ ਜੋੜ ਕੇ ਇੱਕ ਆਪਾਂ ਐਡਵਾਈਜ਼ਰੀ ਬੋਰਡ ਬਣਾਈਏ ਤਾਂ ਕਿ ਪੰਜਾਬ ਦੇ ਵਿੱਚ ਇਨਵੈਸਟਮੈਂਟ ਆਵੇ, ਪੰਜਾਬ ਦੇ ਵਿੱਚ ਇੰਟਰਸਟ ਵਧੇ। ਤੇ ਇਸ ਚੀਜ਼ 'ਤੇ ਕੰਮ ਕਰਨ ਦੀ ਲੋੜ ਹੈ। ਮੇਰੀਆਂ ਮੀਟਿੰਗਸ ਹੋਣਗੀਆਂ, ਫਿਰ ਦੁਬਾਰਾ ਸਾਰੇ ਮਿਨਿਸਟਰਸ ਨਾਲ, ਸੀਐਮ ਸਾਹਿਬ ਨਾਲ ਵੀ ਮਿਲਾਂਗੇ। ਫਾਈਨੈਂਸ ਮਿਨਿਸਟਰ ਸਾਡੇ ਸਰਦਾਰ ਹਰਪਾਲ ਸਿੰਘ ਚੀਮਾ ਸਾਹਿਬ ਬਹੁਤ ਸਪੋਰਟਿਵ ਨੇ ਤੇ ਬੜੇ ਪ੍ਰੋਜੈਕਟਸ 'ਤੇ ਕਹਿ ਰਹੇ ਕਿ ਨਿੱਜਰ ਸਾਹਿਬ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਆਪ ਫੈਸਿਲਿਟੇਟ ਕਰੋ। ਮੇਰੇ ਵਰਗੇ ਹੋਰ ਵੀ ਐਨਆਰਆਈਜ਼, ਜਿਵੇਂ ਮਨਦੀਪ ਨੂੰ ਦੇਖ ਕੇ ਹੋਰ ਐਂਟਰਪ੍ਰੈਨਿਓਰ ਬਣਨਗੇ, ਮੈਨੂੰ ਵੇਖ ਕੇ ਵੀ ਹੋਰ ਐਨਆਰਆਈਜ਼ ਕਹਿਣਗੇ ਚਲੋ ਪੰਜਾਬ ਚਲੀਏ ਜੀ। ਸੋ ਮੇਰੇ ਕਹਿਣ ਦਾ ਇਹ ਹੈ ਕਿ ਆਪਾਂ ਮਿਸ਼ਨ ਚਲਾਈਏ, ਚਲੋ ਪੰਜਾਬ। ਠੀਕ ਹੈ ਨਾ ਜੀ। ਹਰ ਇੱਕ ਜਿਹੜਾ ਪੰਛੀ ਵੀ, ਪ੍ਰਵਾਸੀ ਪੰਛੀ ਕਿਸੇ ਨਾ ਕਿਸੇ ਟਾਈਮ 'ਤੇ ਆਪਣੇ ਘਰ ਆਉਂਦੇ ਆ ਜੀ। ਸੋ ਅਸੀਂ ਐਸੇ ਹੀ, ਮੈਂ ਇੱਕ ਐਸੇ ਹੀ ਪੰਜਾਬੀ ਸਰਕਾਰੀ ਸਕੂਲ ਤੋਂ ਪੜ੍ਹ ਕੇ ਦੁਨੀਆ ਦੇ ਟੌਪ 16 ਐਨਆਰਆਈਜ਼ ਦੇ ਵਿੱਚ ਆਏ ਆ, ਚੰਗੇ ਕੰਮ ਕੀਤੇ ਆ, ਚੰਗੀ ਪੜ੍ਹਾਈ ਕੀਤੀ ਆ, ਚੰਗਾ ਤਜਰਬਾ ਕੀਤਾ, ਚੰਗੀ ਕਨੈਕਟੀਵਿਟੀ ਆ। ਉਸ ਚੀਜ਼ ਦਾ ਫਾਇਦਾ ਸਾਡੀ ਸਟੇਟ ਨੂੰ ਹੋਣਾ ਚਾਹੀਦਾ। ਤੇ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਹੈ ਜੀ ਕਿ ਤੁਸੀਂ ਇਹਨਾਂ ਚੀਜ਼ਾਂ ਨੂੰ, ਇਹਨਾਂ ਮੁੱਦਿਆਂ ਨੂੰ ਡਿਸਕਸ ਕਰਦੇ ਹੋ, ਪਬਲਿਕ ਤੱਕ ਪਹੁੰਚਾਉਂਦੇ ਆ। ਤੇ ਮੈਂ ਚਾਹੁੰਦਾ ਤੇ ਸਰਕਾਰ ਤੱਕ ਵੀ, ਸਾਰੇ ਡਿਪਾਰਟਮੈਂਟ ਵੀ। ਸੋ ਆਈ ਥਿੰਕ ਨਵੀਂ ਸ਼ੁਰੂਆਤ ਹੋਈ ਆ, ਸਾਫ਼ ਸੁਥਰਾ ਮਾਹੌਲ, ਓਨੈਸਟ, ਟਰਾਂਸਪੇਰੈਂਟ। ਮੈਂ ਕਹਿ ਰਹਾ ਕਿ ਇਹ ਇਸ ਚੀਜ਼ ਨੂੰ ਆਪਾਂ ਪ੍ਰੈਕਟੀਕਲੀ ਕਰਾਂਗੇ, ਬਹੁਤ ਜਲਦੀ ਯੂ ਵਿਲ ਸੀ ਦ ਰਿਜ਼ਲਟਸ। 6 ਮਹੀਨਿਆਂ ਤੋਂ ਲੈ ਕੇ ਸਾਲ ਦੇ ਵਿੱਚ ਹੀ ਤੁਹਾਨੂੰ ਕਾਫੀ ਰਿਜ਼ਲਟ ਆਉਣੇ ਜੇ ਤੁਸੀਂ ਐਕਟਿਵਲੀ ਕੰਮ ਕਰੋਗੇ ਇਸ ਚੀਜ਼ ਦੇ ਉੱਤੇ। ਤੇ ਮੈਂ ਚਾਹੁੰਦਾ ਕਿ ਸਾਡੇ ਵਿੱਚ, ਪੰਜਾਬ ਦੇ ਵਿੱਚ ਇੱਕ ਕਹਿ ਲਓ ਕਿ ਦੁਬਾਰਾ ਅਸੀਂ ਚੱਲੀਏ ਕਿ ਇਹਨੂੰ ਸੋਨੇ ਦੀ ਚਿੜੀ ਬਣਾਈਏ ਪੰਜਾਬ ਨੂੰ, ਜਿਵੇਂ ਕਿ ਨੰਬਰ 1 ਸਟੇਟ ਹੁੰਦਾ ਸੀ ਇੰਡੀਆ ਦੇ ਵਿੱਚ ਪਹਿਲਾਂ, ਤੇ ਉਸੇ ਲੈਵਲ 'ਤੇ ਫੇਰ ਲੈ ਕੇ ਜਾਈਏ। ਕਿਉਂ ਆਂਧਰਾ, ਕਿਉਂ ਤੇਲੰਗਾਨਾ, ਕਿਉਂ ਅੱਗੇ ਸਾਡੇ ਤੋਂ ਯੂਪੀ ਵੀ ਅੱਗੇ ਜਾ ਰਿਹਾ? ਕਿਉਂਕਿ ਸਾਡੇ ਇਨਸੈਂਟਿਵ, ਸਾਨੂੰ ਜਿਹੜੀ ਇੰਡਸਟਰੀ ਆ, ਮੈਂ ਇਹ ਵੀ ਗੱਲ ਕਰਦਾ ਰਹਿੰਦਾ ਇਨਵੈਸਟ ਪੰਜਾਬ ਨਾਲ, ਕੰਪੈਟੀਟਿਵ ਇਨਸੈਂਟਿਵ ਦਿਓ। ਇਹ ਨਾ ਕਹੋ ਕਿ ਸਾਡਾ ਆਹੀ ਪੈਕੇਜ ਆ, ਫਲੈਕਸੀਬਲ ਬਣੋ। ਜਿਹੜੀ ਸਾਡੀ ਆਂਧਰਾ ਦੀ, ਤੇਲੰਗਾਨਾ ਦੀ ਜਿਹੜੀ ਸਾਡੀ ਮਿਨਿਸਟਰੀ ਆ ਜਾਂ ਡਿਪਾਰਟਮੈਂਟ ਹੈ, ਦੇ ਐਕਟ ਲਾਈਕ ਐਂਟਰਪ੍ਰੈਨਿਓਰਸ, ਦੇ ਐਕਟ ਲਾਈਕ ਦੇ ਸੇ ਸੈਲਫ ਸਰਟੀਫਿਕੇਸ਼ਨ, ਕਮ ਵਿਲ ਗਿਵ ਯੂ ਦ ਲੈਂਡ, ਵਿਲ ਗਿਵ ਯੂ ਆਲ ਦ ਪਲੈਨਿੰਗ ਸਟ੍ਰੇਟ ਅਵੇ, ਵਿਲ ਕੋਆਪਰੇਟ ਵਿਦ ਯੂ, ਟੈਕਸ ਹੈਵਨ, ਤੁਹਾਨੂੰ ਟੈਕਸ ਹੌਲੀਡੇ ਦੇਵਾਂਗੇ। ਕਿਉਂ ਨਹੀਂ ਕੰਪਨੀਆਂ ਆਉਣਗੀਆਂ? ਆਉਂਦੀਆਂ ਨੇ, ਆਪਣਾ ਇੰਫਰਾਸਟਰਕਚਰ ਲਾਉਂਦੀਆਂ ਨੇ ਉੱਥੇ। ਸੋ ਇਸ ਕਰਕੇ ਸਾਨੂੰ ਵੀ ਲੋੜ ਹੈ ਕਿ ਅਸੀਂ ਵੀ ਉਸ ਲੀਗ 'ਚ ਟੌਪ 'ਤੇ ਜਾਈਏ। ਸੋ ਬਿਲਕੁਲ ਬਹੁਤ ਆਉਣ ਵਾਲਾ ਮੈਨੂੰ ਭਵਿੱਖ ਵਧੀਆ ਲੱਗ ਰਿਹਾ ਤੇ ਬਹੁਤ ਬਹੁਤ ਤੁਹਾਡਾ ਧੰਨਵਾਦ। ਬਹੁਤ ਬਹੁਤ ਸ਼ੁਕਰੀਆ। ਤਾਂ ਇਹ ਸਨ ਸਾਡੇ ਨਾਲ ਨਿੱਜਰ ਸਾਹਿਬ, ਸਾਫ਼ ਤੌਰ 'ਤੇ ਕਹਿੰਦੇ ਨਜ਼ਰ ਆ ਰਹੇ ਨੇ, ਅਪੀਲ ਕਰਦੇ ਨਜ਼ਰ ਆ ਰਹੇ ਨੇ NRI ਭਰਾਵਾਂ ਨੂੰ ਕਿ ਚਲੋ ਪੰਜਾਬ, ਚਲੋ ਪੰਜਾਬ ਨਾਂ ਦਾ ਇਹਨਾਂ ਨੇ ਨਾਅਰਾ ਦਿੱਤਾ ਕਿ ਪੰਜਾਬ ਨੂੰ ਮੁੜ ਸੋਨੇ ਦੀ ਚਿੜੀ ਬਣਾਉਣਾ ਹੈ। ਅਸੀਂ ਵੀ ਇਹਨਾਂ ਨੂੰ 2-3 ਸਾਲ ਤੋਂ ਦੇਖ ਰਹੇ ਹਾਂ ਕਿ ਲਗਾਤਾਰ ਇਹ ਪੰਜਾਬ ਦੇ ਵਿੱਚ ਆ ਕੇ ਕੰਮ ਕਰ ਰਹੇ ਨੇ ਤੇ ਹੁਣ ਨਵੀਂ ਭਗਵੰਤ ਮਾਨ ਸਰਕਾਰ ਨੂੰ ਵੀ ਇਹ ਸੁਜੈਸ਼ਨ ਦਿੰਦੇ ਨਜ਼ਰ ਆ ਰਹੇ ਨੇ। ਕਈ ਸੈਕਟਰਸ ਦੇ ਵਿੱਚ ਸੰਭਾਵਨਾਵਾਂ ਕਿੰਨੀਆਂ ਹਨ ਤੇ UK ਸਰਕਾਰ ਦੇ ਨਾਲ ਪੰਜਾਬ ਸਰਕਾਰ ਦਾ ਤਾਲਮੇਲ ਹੈਲਥ ਸੈਕਟਰ ਦੇ ਵਿੱਚ 85% ਤੱਕ ਇਹ ਫੰਡ UK ਸਰਕਾਰ ਦਾ ਪੰਜਾਬ ਦੇ ਵਿੱਚ ਲਿਆਉਣ ਨੂੰ ਤਿਆਰ ਨੇ। 15% ਹੈਲਥ ਸੈਕਟਰ ਦੇ ਵਿੱਚ ਸਿਰਫ ਪੰਜਾਬ ਸਰਕਾਰ ਲਗਾਵੇ, ਅਜਿਹੀ ਪ੍ਰਪੋਜ਼ਲ ਵੀ ਇਹ ਦਿੰਦੇ ਨਜ਼ਰ ਆ ਰਹੇ ਨੇ। ਤੇ ਤਮਾਮ MOU ਜੋ ਹਨ ਪੰਜਾਬ ਸਰਕਾਰ ਦੇ ਕਰਵਾਉਣਗੇ ਵਿਦੇਸ਼ੀ ਕੰਪਨੀਆਂ ਦੇ ਨਾਲ, ਚਾਹੇ ਉਹ ਗੌਰਮੈਂਟ ਟੂ ਗੌਰਮੈਂਟ ਹੋਵੇ, B2B ਹੋਵੇ ਜਾਂ ਪਰਸਨ ਟੂ ਪਰਸਨ ਹੋਵੇ, ਤੇ ਨਾਲ ਹੀ ਐਜੂਕੇਸ਼ਨ ਖਿੱਤੇ ਦੇ ਵਿੱਚ, ਸਪੋਰਟਸ ਖਿੱਤੇ ਦੇ ਵਿੱਚ, ਤਾਂ ਜੋ ਪੰਜਾਬ ਦੇ ਨੌਜਵਾਨ ਪੰਜਾਬ ਦੇ ਵਿੱਚ ਨੌਕਰੀਆਂ ਕਰ ਸਕਣ ਤੇ ਪੰਜਾਬ ਦਾ ਕਿਸਾਨ ਹੋਰ ਖੁਸ਼ਹਾਲ ਹੋ ਸਕੇ। तमाम ਪ੍ਰੋਜੈਕਟ ਦੇ ਉੱਪਰ तमाम ਗੱਲਬਾਤ ਇਹਨਾਂ ਨੇ ਬਾਖੂਬੀ ਰੱਖੀ ਹੈ ਤੇ ਹੁਣ ਪੰਜਾਬ ਸਰਕਾਰ ਵੱਲੋਂ ਵੀ ਇਹ ਵੇਖਣਾ ਹੋਵੇਗਾ ਕਿ ਕਿਸ ਤਰੀਕੇ ਦੇ ਨਾਲ ਮਨਜੀਤ ਸਿੰਘ ਨਿੱਜਰ ਹੋਣਾ ਨੂੰ ਫੈਸਿਲਿਟੇਟ ਕੀਤਾ ਜਾਂਦਾ ਹੈ ਤੇ ਇਹਨਾਂ ਦੀਆਂ ਕਿਹੜੀਆਂ ਮੰਗਾਂ, ਕਿਹੜੀਆਂ ਪ੍ਰਪੋਜ਼ਲਾਂ ਹਨ ਜਿਨ੍ਹਾਂ ਨੂੰ ਉਹ ਪ੍ਰਵਾਨ ਕਰਦੇ ਹਨ। ਤੁਸੀਂ ਜੁੜੇ ਰਹੋ ਜਗਬਾਣੀ TV ਨਾਲ।